ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ। ਕਰੰਟ ਅਫੇਅਰ ਦੀ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਆਪਾਂ ਅੱਜ 7 ਅਗਸਤ ਦੇ ਕਰੰਟ ਅਫੇਅਰਸ ਕਰਨੇ ਆ। ਹਾਂਜੀ, ਜੋ ਵੀ ਕੰਪੀਟੀਸ਼ਨ ਐਗਜ਼ਾਮ ਦੀ ਕਿਸੇ ਵੀ ਕੰਪੀਟੀਸ਼ਨ ਐਗਜ਼ਾਮ ਦੀ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਹੋ ਉਹਦੇ ਲਈ ਤੁਸੀਂ ਹੋਰ ਵੀਡੀਓਜ਼ ਵੀ ਚੈੱਕਆਊਟ ਕਰ ਸਕਦੇ ਹੋ। ਫਨਕਾਰ ਸਰ ਦੀਆਂ ਵੀਡੀਓਜ਼ ਚੈੱਕਆਊਟ ਕਰ ਸਕਦੇ ਹੋ। ਉਹ ਅਨਅਕੈਡਮੀ ਐਪ ਦੇ ਉੱਤੇ ਉਹਨਾਂ ਦੀ ਲਾਈਵ ਕਲਾਸਿਸ ਵੀ ਹੁੰਦੀਆਂ ਨੇਗੀਆਂ ਅਤੇ ਵੈਸੇ ਵੀ ਫ੍ਰੀ ਆਫ ਕਾਸਟ ਵੀ ਕਾਫੀ ਸਾਰੇ ਉੱਥੇ ਲੈਕਚਰਸ ਪਏ ਨੇ। ਠੀਕ ਹੈ ਜੀ, ਹਰੇਕ ਵੀਡੀਓ ਦਾ ਜਿਹੜਾ ਤੁਹਾਨੂੰ ਲਿੰਕ ਹੈਗਾ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਮਿਲ ਜੂਗਾ। ਡਿਸਕ੍ਰਿਪਸ਼ਨ ਬਾਕਸ ਜ਼ਰੂਰ ਚੈੱਕਆਊਟ ਕਰਨਾ ਹੈ। ਔਰ ਆਪਾਂ 7 ਅਗਸਤ ਦੇ ਜਦ ਕਰੰਟ ਅਫੇਅਰਸ ਕਰਨੇ ਆ, ਇਸ ਤੋਂ ਪਹਿਲਾਂ 6 ਅਗਸਤ ਤੱਕ ਹੋ ਚੁੱਕੇ ਨੇ। ਆਪਾਂ ਲਿੰਕ ਮੈਥਡ ਨਾਲ ਪੜ੍ਹਦੇ ਹੁੰਦੇ ਹਾਂ। ਮੀਨਸ ਕੀ ਹੈ, ਕੋਈ ਵੀ ਔਰਗੇਨਾਈਜੇਸ਼ਨ ਹੈ ਉਹਦੇ ਰਿਲੇਟਡ ਜਦੋਂ ਵੀ ਕੋਈ ਹੋਰ ਨਿਊਜ਼ ਆਊਗੀ ਤਾਂ ਪਿਛਲੀਆਂ ਆਪਾਂ ਰਿਵਾਈਜ਼ ਕਰਦੇ ਜਾਵਾਂਗੇ, ਜਿਹਦੇ ਨਾਲ ਕਰੰਟ ਅਫੇਅਰਸ ਤੁਹਾਨੂੰ ਬਹੁਤ ਜ਼ਿਆਦਾ ਈਜ਼ੀ ਹੋ ਜਾਣਗੇ। ਠੀਕ ਹੈ ਜੀ, ਤਾਂ ਨੈਕਸਟ ਜਿਹੜੀਆਂ ਵੀਡੀਓਜ਼ ਨੇਗੀਆਂ ਪਿਛਲੀਆਂ ਆਪਣੇ ਜੋ ਹੋ ਚੁੱਕੀ 6 ਅਗਸਤ ਤੱਕ, ਉਹਨੂੰ ਜ਼ਰੂਰ ਇੱਕ ਵਾਰ ਵਿਜ਼ਿਟ ਕਰ ਲਿਓ। ਆਪਾਂ ਸਟਾਰਟ ਕਰਦੇ ਹਾਂ ਆਪਣੇ ਪਹਿਲੀ ਨਿਊਜ਼ ਤੋਂ। ਹਾਂਜੀ, ਫਸਟ ਆਪਣੀ ਨਿਊਜ਼ ਹੈਗੀ ਹੈ ਅਪੁਆਇੰਟਮੈਂਟ ਤੋਂ ਮਤਲਬ ਨਿਯੁਕਤੀ। ਮਨੋਜ ਸਿਨਹਾ ਨਿਊ ਲੈਫਟੀਨੈਂਟ ਗਵਰਨਰ ਆਫ JNK। ਮਨੋਜ ਸਿਨਹਾ ਨੂੰ ਨਿਊ ਲੈਫਟੀਨੈਂਟ ਗਵਰਨਰ ਲਾਇਆ ਗਿਆ JNK ਦਾ। ਠੀਕ ਹੈ, ਇਹਨਾਂ ਨੂੰ ਕਿਹਨਾਂ ਦੀ ਜਗ੍ਹਾ ਦੇ ਉੱਤੇ ਲਾਇਆ ਗਿਆ, ਉਹਨਾਂ ਦਾ ਨਾਮ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਉਹਨਾਂ ਨੂੰ ਲਾਇਆ ਗਿਆ ਜੀ ਗਿਰੀਸ਼ ਚੰਦਰ ਮੁਰਮੂ। ਇਹਨਾਂ ਦੀ ਜਗ੍ਹਾ ਦੇ ਉੱਤੇ ਇਹਨਾਂ ਨੂੰ ਲਾਇਆ ਗਿਆ। ਠੀਕ ਹੈ, ਆ ਵੀ ਨਾਮ ਤੁਹਾਨੂੰ ਕੀ ਹੈ, ਯਾਦ ਹੋਣਾ ਚਾਹੀਦਾ। ਠੀਕ ਹੈ, ਅਤੇ ਇਹ ਦੇਖੋ ਜਿਹੜਾ ਲੈਫਟੀਨੈਂਟ ਗਵਰਨਰ ਹੁੰਦਾ ਇਹਨੂੰ ਅਪੁਆਇੰਟ ਕੌਣ ਕਰਦਾ? ਇਹਨੂੰ ਅਪੁਆਇੰਟ ਕਰਦਾ ਜੀ ਪ੍ਰੈਜ਼ੀਡੈਂਟ, ਆਪਣਾ ਰਾਸ਼ਟਰਪਤੀ। ਠੀਕ ਹੈ ਜੀ, ਇਹ ਵੀ ਤੁਸੀਂ ਧਿਆਨ 'ਚ ਰੱਖਣਾ। ਦੇਖੋ ਆਪਾਂ ਨੂੰ ਪਤਾ ਹੈ ਕਿ ਜਦੋਂ ਆਪਣਾ JNK ਦੇ ਲਈ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ ਆਰਟੀਕਲ 370 ਸੀਗਾ। ਆਰਟੀਕਲ 370 ਦੇ ਰਾਹੀਂ JNK ਨੂੰ ਇੱਕ ਵਿਸ਼ੇਸ਼ ਦਰਜਾ ਪ੍ਰਾਪਤ ਸੀਗਾ, ਵਿਸ਼ੇਸ਼ ਰਾਜ ਹੋਣ ਦਾ ਦਰਜਾ ਪ੍ਰਾਪਤ ਸੀਗਾ। ਬਟ ਜਿਹੜਾ 370 ਆਰਟੀਕਲ ਹੈ ਇਹਨੂੰ ਆਪਣੇ ਕੌਂਸਟੀਟਿਊਸ਼ਨ ਦੇ ਵਿੱਚੋਂ ਰਿਮੂਵ ਕਰ ਦਿੱਤਾ ਗਿਆ। ਠੀਕ ਹੈ, ਤਾਂ ਤੁਹਾਨੂੰ ਉਹ ਡੇਟ ਪਤਾ ਹੋਣੀ ਚਾਹੀਦੀ ਹੈ ਕਿ 5 ਅਗਸਤ 2019 ਨੂੰ ਆਰਟੀਕਲ 370 ਇਹ ਵੀ JNK ਨਾਲ ਰਿਲੇਟਡ ਸੀਗਾ, ਅਤੇ ਆਰਟੀਕਲ 35A ਇਹ ਵੀ JNK ਨਾਲ ਰਿਲੇਟਡ ਸੀ। ਦੋਨਾਂ ਨੂੰ ਕੀ ਕਰ ਦਿੱਤਾ, ਰਿਮੂਵ ਕਰ ਦਿੱਤਾ ਗਿਆ। ਠੀਕ ਹੈ ਜੀ, ਅਤੇ ਉਦੋਂ ਹੀ JNK ਨੂੰ ਅਤੇ ਲੱਦਾਖ ਨੂੰ ਦੋਨਾਂ ਨੂੰ ਕੀ ਬਣਾ ਦਿੱਤਾ ਗਿਆ, ਯੂਨੀਅਨ ਟੈਰੀਟਰੀ, ਮਤਲਬ ਕਿ ਕੇਂਦਰ ਸ਼ਾਸਿਤ ਪ੍ਰਦੇਸ਼। ਠੀਕ ਹੈ, ਇਹ ਤੁਸੀਂ ਚੀਜ਼ ਧਿਆਨ 'ਚ ਰੱਖਣੀ ਹੈ। ਹਾਂਜੀ, ਨੈਕਸਟ ਨਿਊਜ਼ ਦੇ ਉੱਤੇ ਆਪਾਂ ਮੂਵ ਔਨ ਕਰਦੇ ਹਾਂ। ਅਗਲੀ ਨਿਊਜ਼ ਧਿਆਨ ਨਾਲ ਸੁਣਨੀ ਹੈ ਜੀ, ਬਹੁਤ ਇੰਪੋਰਟੈਂਟ ਹੈ। ਮੋਨੀਟਰੀ ਪੋਲਿਸੀ ਨਾਲ ਰਿਲੇਟਡ ਹੈਗੀ। 4.00% ਮੀਨਸ 4% ਰੈਪੋ ਰੇਟ ਸਟੇਟਡ ਬਾਈ RBI ਇਨ ਸੈਕਿੰਡ ਬਾਈ ਮੰਥਲੀ ਮੋਨੀਟਰੀ ਪੋਲਿਸੀ ਫॉर 2020-21। ਅੱਛਾ, ਇਹ ਕੀ ਹੈ, ਕਹਿੰਦੇ 4% ਰੈਪੋ ਰੇਟ ਹੈ। ਕਿਹਨੇ ਦਿੱਤਾ? ਇਹ RBI ਨੇ ਦਿੱਤਾ, ਅਤੇ ਆਪਣੀ ਦੂਜੀ ਬਾਈ ਮੰਥਲੀ ਮੋਨੀਟਰੀ ਪੋਲਿਸੀ 2020-21 ਦੀ ਇਹ ਦਿੱਤੀ ਹੈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਰੈਪੋ ਰੇਟ ਬਾਰੇ ਪਤਾ ਹੋਣਾ ਚਾਹੀਦਾ। ਠੀਕ ਹੈ, RBI ਬਾਰੇ ਮੈਂ ਕਾਫੀ ਇਨਫੋਰਮੇਸ਼ਨ ਤੁਹਾਨੂੰ ਬਹੁਤ ਵਾਰ ਰਿਵਾਈਜ਼ ਕਰਾਈ ਹੈ, ਅਤੇ ਉਸ ਤੋਂ ਬਾਅਦ ਬਾਈ ਮੰਥਲੀ ਕੀ ਹੁੰਦੀ ਹੈ ਇਹ ਪਤਾ ਹੋਣੀ ਚਾਹੀਦੀ ਹੈ। ਮੋਨੀਟਰੀ ਪੋਲਿਸੀ ਨੂੰ ਮੌਦਰਿਕ ਨੀਤੀ ਵੀ ਕਹਿੰਦੇ ਆ। ਠੀਕ ਹੈ, ਦੇਖੋ ਬਾਈ ਮੰਥਲੀ ਦਾ ਕੀ ਮਤਲਬ ਹੁੰਦਾ ਹੈ, ਪਹਿਲਾਂ ਤਾਂ ਆਪਾਂ ਇਹਨੂੰ ਕਲੀਅਰ ਕਰ ਲੈਂਦੇ ਹਾਂ। ਦੇਖੋ ਆਪਣਾ ਜਿਹੜਾ ਫਾਈਨੈਂਸ਼ੀਅਲ ਈਅਰ ਹੁੰਦਾ ਉਹ 1 ਅਪ੍ਰੈਲ ਤੋਂ ਲੈ ਕੇ ਆਪਣਾ 31 ਮਾਰਚ ਤੱਕ ਦਾ ਹੁੰਦਾ। ਤਾਂ ਕਲੀਅਰ ਹੈ ਨਾ, ਕਿਉਂਕਿ ਜਿਹੜਾ 1 ਜਨਵਰੀ ਤੋਂ ਲੈ ਕੇ ਆਪਣਾ 31 ਦਸੰਬਰ ਤੱਕ ਦਾ ਹੁੰਦਾ ਉਹ ਹੁੰਦਾ ਆਪਣਾ ਕੈਲੰਡਰ ਈਅਰ। ਇਹ ਹੁੰਦਾ ਆਪਣਾ ਕਿਹੜਾ, ਫਾਈਨੈਂਸ਼ੀਅਲ ਈਅਰ। ਠੀਕ ਹੈ, ਹੁਣ ਜਿਹੜਾ ਫਾਈਨੈਂਸ਼ੀਅਲ ਈਅਰ ਹੈ ਆਪਣਾ 1 ਅਪ੍ਰੈਲ ਤੋਂ ਸਟਾਰਟ ਹੁੰਦਾ, ਜਿਵੇਂ ਪਹਿਲਾਂ ਹੀ ਦੱਸਿਆ ਹੈਗਾ। ਠੀਕ ਹੈ, ਦੇਖੋ ਅਪ੍ਰੈਲ ਅਤੇ ਮਈ ਵਾਲਾ ਹੋ ਗਿਆ ਫਸਟ। ਠੀਕ ਹੈ, ਅਤੇ ਜੂਨ ਅਤੇ ਜੁਲਾਈ ਇਹ ਹੋ ਗਈ ਆਪਣੀ ਬਾਈ ਮੰਥਲੀ, ਮਤਲਬ ਕਿ ਸੈਕਿੰਡ ਟਾਈਮ ਜਿਹੜਾ ਬਣ ਰਿਹਾ। ਠੀਕ ਹੈ, ਬਾਈ ਦਾ ਮਤਲਬ ਦੂਜੀ ਵਾਰੀ ਹੁੰਦਾ। ਆ ਜਿਹੜੀ ਹੋਈ ਪਹਿਲੀ ਹੋਈ। ਠੀਕ ਹੈ, ਇਹ ਤਾਂ ਪਹਿਲੀ ਮੰਥਲੀ ਹੋ ਗਈ, ਇਹ ਸੈਕਿੰਡ ਵਾਲੀ, ਇਹਨੂੰ ਤਾਂ ਬਾਈ ਮੰਥਲੀ ਲਿਖਿਆ। ਠੀਕ ਹੈ, ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਹੈ। ਰੈਪੋ ਰੇਟ ਕੀ ਹੁੰਦਾ, ਦੇਖੋ ਪਹਿਲਾਂ ਆਪਾਂ ਰੈਪੋ ਰੇਟ ਬਾਰੇ ਸਮਝ ਲੈਂਦੇ ਹਾਂ ਵੀ ਇਹ ਕੀ ਦਿੱਤਾ ਰੈਪੋ ਰੇਟ, ਫਿਰ ਹੀ ਨਿਊਜ਼ ਸਮਝ ਆਊਗੀ। ਦੇਖੋ ਸਮਝੋ, ਮੰਨ ਲਓ ਕਿ ਇਹ RBI ਹੈ, ਅਤੇ ਆਹ ਆਪਣੇ ਅਦਰ ਬੈਂਕਸ ਨੇ, ਛੋਟੇ ਜਿਹੜੇ ਵੀ ਸਾਰੇ ਬੈਂਕਸ ਹੁੰਦੇ ਨੇ, ਕਮਰਸ਼ੀਅਲ ਬੈਂਕਸ ਵੀ ਆਪਾਂ ਇਹਨਾਂ ਨੂੰ ਬੋਲ ਦਿੰਦੇ ਹਾਂ। ਠੀਕ ਹੈ, ਹੁਣ RBI ਕਿਸੇ ਵੀ ਮਤਲਬ ਆਹ ਬੈਂਕ ਹੈ। ਠੀਕ ਹੈ, ਇਹਨੂੰ ਲੋਨ ਚਾਹੀਦਾ ਅਤੇ ਇਹਨੇ RBI ਤੋਂ ਲੋਨ ਅਪਰੂਵ ਕਰਾ ਲਿਆ। RBI ਨੇ ਇਸ ਬੈਂਕ ਨੂੰ ਲੋਨ ਦੇਤਾ। ਠੀਕ ਹੈ, ਹੁਣ ਜਿਹੜਾ ਬੈਂਕ ਇਹਨੂੰ ਇੰਟਰਸਟ ਪੇ ਕਰੂਗਾ RBI ਨੂੰ ਜੋ ਵੀ ਇਹ ਇੰਟਰਸਟ ਪੇ ਕਰੂਗਾ, ਜਿਸ ਵਿਆਜ ਦਰ ਦੇ ਉੱਤੇ ਇਸ ਬੈਂਕ ਨੇ RBI ਤੋਂ ਲੋਨ ਲਿਆ, ਉਹਨੂੰ ਹੀ ਆਪਾਂ ਕਹਿੰਦੇ ਹਾਂ ਜੀ ਰੈਪੋ ਰੇਟ।
ਠੀਕ ਹੈ। ਇਹਨਾਂ ਨੇ ਨਾ RBI ਨੇ ਜਿਹੜਾ ਆਪਣਾ ਅਪ੍ਰੈਲ ਮਈ ਦੇ ਵਿੱਚ ਵੀ ਜਿਹੜਾ ਰੈਪੋ ਰੇਟ ਦਿੱਤਾ ਸੀ ਆਹੀ ਦਿੱਤਾ ਸੀਗਾ, 4% ਹੀ ਦਿੱਤਾ ਸੀਗਾ, ਮਤਲਬ ਉਹੀ ਇਹਨਾਂ ਨੇ ਹੁਣ ਦੁਬਾਰਾ ਤੋਂ ਫਿਰ ਉਹੀ ਰੱਖਿਆ ਹੈਗਾ। ਠੀਕ ਹੈ। ਅੱਛਾ, ਆਪਾਂ ਗੱਲ ਕਰ ਰਹੇ ਸੀ ਰੈਪੋ ਰੇਟ ਦੀ, ਤੇ ਜਿਹੜੇ ਬੈਂਕ ਜਿਸ ਵਿਆਜ ਦਰ ਦੇ ਉੱਤੇ RBI ਤੋਂ ਪੈਸਾ ਲੈਂਦੇ ਨੇ ਉਹ ਵਿਆਜ ਦਰ ਜਿਹੜਾ ਪੇ ਕਰਦੇ ਨੇ ਉਹਨੂੰ ਕਹਿੰਦੇ ਆ ਆਪਾਂ ਰੈਪੋ ਰੇਟ। ਅੱਛਾ, ਇੱਕ ਹੁੰਦਾ ਰਿਵਰਸ ਰੈਪੋ ਰੇਟ, ਐਵੇਂ ਮੈਂ RBI ਬਣਾਤਾ, ਐਵੇਂ ਅਦਰ ਬੈਂਕਸ ਨੇ ਇਹ ਦੇਖੋ ਜਿਵੇਂ ਪਹਿਲਾਂ ਹੀ ਦੱਸਿਆ ਸੀਗਾ। ਹੁਣ ਆਹ ਬੈਂਕ ਹੈਗਾ, ਠੀਕ ਹੈ, ਇਹਦੇ ਕੋਲ ਬਹੁਤ ਸਾਰਾ ਪੈਸਾ ਹੈ, ਤਾਂ ਹੁਣ ਇਹ ਪੈਸਾ ਆਪਣਾ ਜਮ੍ਹਾਂ ਕਰਾਉਣਾ ਚਾਹੁੰਦਾ RBI ਕੋਲੇ, ਹੈ ਨਾ। RBI ਕੋਲੇ ਆਪਣਾ ਪੈਸਾ ਜਮ੍ਹਾਂ ਕਰਾਊਗਾ ਤਾਂ ਬਦਲੇ ਦੇ ਵਿੱਚ ਇਹਨੂੰ ਇੰਟਰਸਟ ਮਿਲੂਗਾ, ਬਦਲੇ ਦੇ ਵਿੱਚ ਇਹਨੂੰ ਇੰਟਰਸਟ ਮਿਲੂਗਾ ਕਿਹਨੂੰ, ਇਸ ਬੈਂਕ ਨੂੰ, ਹੈ ਨਾ। ਤਾਂ ਜਿਹੜਾ ਇਹਨੂੰ ਇੰਟਰਸਟ ਮਿਲੂਗਾ ਉਹਨੂੰ ਆਪਾਂ ਕਹਿੰਦੇ ਆ, ਜਿਹੜਾ ਇਹਦੇ RBI ਤੋਂ ਇਹਦੇ ਵਿੱਚ ਇੰਟਰਸਟ ਆ ਰਿਹਾ ਇਹਨੂੰ ਆਪਾਂ ਬੋਲਾਂਗੇ ਜੀ ਰਿਵਰਸ ਰੈਪੋ ਰੇਟ। ਰਿਵਰਸ ਰੈਪੋ ਰੇਟ। ਇੱਕ ਵਾਰ ਦੁਬਾਰਾ ਮੈਂ ਰਿਪੀਟ ਕਰ ਦਿੰਦੀ ਹਾਂ, ਧਿਆਨ ਨਾਲ ਸੁਣ ਲਿਓ, ਜੇ ਨਹੀਂ ਵੀ ਸਮਝ ਆਇਆ ਤਾਂ ਵੈਸੇ ਹੋ ਜਾਣਾ ਚਾਹੀਦਾ ਕਲੀਅਰ। ਆ ਆਪਣੇ ਅਦਰ ਬੈਂਕ ਨੇ ਜਿਹੜੇ ਨੀਚੇ ਨੇ, ਉੱਪਰ ਆਪਣਾ RBI ਹੈ, ਮਤਲਬ ਅਪੈਕਸ ਬੈਂਕ ਜਿਹਨੂੰ ਆਪਾਂ ਸੈਂਟਰਲ ਬੈਂਕ ਵੀ ਕਹਿੰਦੇ ਆ। ਜਦੋਂ ਤਾਂ ਆਹ ਬੈਂਕਾਂ ਨੇ ਲੋਨ ਲੈਣਾ ਹੁੰਦਾ, ਜਿਹੜੇ ਆਹ ਵਾਲੇ ਬੈਂਕ ਨੇ ਇਸ ਤੋਂ ਜਿਸ ਵਿਆਜ ਦਰ ਦੇ ਉੱਤੇ ਲੋਨ ਲੈਂਦੇ ਨੇ RBI ਤੋਂ, ਉਹਨੂੰ ਤਾਂ ਆਪਾਂ ਕਹਿੰਦੇ ਆ ਰੈਪੋ ਰੇਟ। ਰੈਪੋ ਰੇਟ। ਹੁਣ ਜਿਹੜੇ ਬੈਂਕ ਨੇ ਜਦੋਂ ਇਹ ਪੈਸਾ ਜਮ੍ਹਾਂ ਕਰਾਉਂਦੇ ਨੇ RBI ਕੋਲੇ, ਜਿਹੜਾ ਇਹਨਾਂ ਨੂੰ ਵਿਆਜ ਮਿਲਦਾ ਹੈ ਉਹਨੂੰ ਆਪਾਂ ਕਹਿੰਦੇ ਆ ਰਿਵਰਸ ਰੈਪੋ ਰੇਟ। ਕਲੀਅਰ ਰੱਖਿਓ, ਉਹਨਾਂ ਦੋਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਹੁਣ ਆਪਾਂ ਨਿਊਜ਼ 'ਤੇ ਮੂਵ ਔਨ ਕਰਦੇ ਹਾਂ। 4% ਰੈਪੋ ਰੇਟ ਦਿੱਤਾ ਕਿਹਨੇ, RBI ਨੇ ਆਪਣੀ ਸੈਕਿੰਡ ਬਾਈ ਮੰਥਲੀ ਮੋਨੀਟਰੀ ਪੋਲਿਸੀ ਦੇ ਵਿੱਚ, ਜਿਹੜੀ ਕਿ 2020-21 ਦੀ ਹੈ। ਠੀਕ ਹੈ, 4%। ਅੱਛਾ, ਹੁਣ ਤੇ ਜਿਹੜਾ ਰਿਵਰਸ ਰੈਪੋ ਰੇਟ ਹੈ, ਰਿਵਰਸ ਰੈਪੋ ਰੇਟ ਹੈ ਉਹ ਕਿੰਨਾ ਹੈ, 3.35%। ਇਹ ਵੀ ਤੁਹਾਨੂੰ ਕੀ ਹੈ ਯਾਦ ਹੋਣਾ ਚਾਹੀਦਾ। ਦੋਨੋਂ ਤਰੀਕਿਆਂ ਨਾਲ ਇਹਨੂੰ ਕੀ ਰੱਖਣਾ ਹੈ, ਯਾਦ ਰੱਖਣਾ ਹੈ। ਹਾਂਜੀ, ਦੁਬਾਰਾ ਤੋਂ ਮੂਵ ਔਨ ਕਰਦੇ ਹਾਂ ਆਪਾਂ RBI 'ਤੇ। ਹਾਂਜੀ, RBI ਨਾਲ ਰਿਲੇਟਡ ਇਨਫੋਰਮੇਸ਼ਨ ਮੈਂ ਤੁਹਾਨੂੰ ਕਾਫੀ ਵਾਰ ਰਿਵਾਈਜ਼ ਕਰਾਈ ਹੈ, ਇੱਕ ਵਾਰ ਦੁਬਾਰਾ ਤੋਂ ਸਾਰੀ ਇਨਫੋਰਮੇਸ਼ਨ ਆਪਾਂ ਰਿਵਾਈਜ਼ ਕਰਾਂਗੇ RBI ਤੋਂ ਆਪਾਂ ਜੋ ਕੁਛ ਕੀਤਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ RBI ਨੂੰ ਦੋ ਨਾਮਾਂ ਨਾਲ ਬੁਲਾਇਆ ਜਾਂਦਾ ਹੈ। ਕਿਹੜੇ ਕਿਹੜੇ ਨਾਮ ਜੀ, ਇੱਕ ਤਾਂ ਇਹਨੂੰ ਸੈਂਟਰਲ ਬੈਂਕ ਵੀ ਕਹਿੰਦੇ ਨੇ, ਇੱਕ ਇਹਨੂੰ ਅਪੈਕਸ ਬੈਂਕ ਵੀ ਕਹਿੰਦੇ ਨੇ, ਅਪੈਕਸ ਬੈਂਕ। ਠੀਕ ਹੈ ਜੀ, ਦੋਨੋਂ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਉਸ ਤੋਂ ਬਾਅਦ RBI ਜਿਹੜਾ ਬਣਿਆ ਕਦੋਂ, RBI ਬਣਿਆ ਕਦੋਂ, ਇਹ ਬਣਿਆ ਜੀ 1 ਅਪ੍ਰੈਲ 1935। ਠੀਕ ਹੈ, ਅਤੇ ਨੈਸ਼ਨਲਾਈਜੇਸ਼ਨ ਕਦੋਂ ਹੋਈ ਇਹਦੀ, ਨੈਸ਼ਨਲਾਈਜੇਸ਼ਨ ਰਾਸ਼ਟਰੀਕਰਨ ਇਹਦਾ ਕਦੋਂ ਹੋਇਆ ਉਹ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ, 1 ਜਨਵਰੀ 1949। ਦੋਨੋਂ ਡੇਟਸ ਧਿਆਨ ਨਾਲ ਯਾਦ ਕਰ ਲਿਓ। ਠੀਕ ਹੈ ਜੀ, ਹੁਣ ਦੇਖੋ ਧਿਆਨ ਨਾਲ, 1935 ਦੇ ਵਿੱਚ ਇਹ ਬਣਿਆ, ਮੈਂ ਤੁਹਾਨੂੰ ਦੱਸਿਆ। ਹੁਣ ਜਦੋਂ ਇਹ ਬਣਿਆ ਆਪਣੀ ਆਜ਼ਾਦੀ ਹੋਈ ਨਹੀਂ, ਦੇਖੋ 1935 ਹੈ, ਮਤਲਬ 47 'ਚ ਆਪਣੀ ਆਜ਼ਾਦੀ ਹੋਈ ਹੈ, ਇਹ 1935 ਦੇ ਵਿੱਚ ਬਣਿਆ। ਮਤਲਬ ਕਿ ਉਦੋਂ ਜਿਹੜਾ ਆਪਣਾ ਹੋਊਗਾ ਗਵਰਨਰ ਹੋਊਗਾ ਉਹ ਕੋਈ ਅੰਗਰੇਜ਼ ਬੰਦਾ ਹੋਊਗਾ, ਕਿਉਂਕਿ 1935 ਦੇ ਵਿੱਚ ਬਣਿਆ, ਹੈ ਨਾ। ਤਾਂ ਜੇ ਤੁਹਾਨੂੰ ਪੁੱਛ ਲੈਣ ਕਿ ਆਪਣੇ ਪਹਿਲੇ ਗਵਰਨਰ ਕੌਣ ਨੇਗੇ RBI ਦੇ, ਤਾਂ ਤੁਹਾਡਾ ਆਨਸਰ ਹੋਣਾ ਚਾਹੀਦਾ ਔਸਬੋਰਨ ਸਮਿਥ। ਦੇਖੋ ਕਿਸੇ ਇੰਡੀਅਨ ਦਾ ਨਾਮ ਲੱਗ ਵੀ ਨਹੀਂ ਰਿਹਾ, ਹੈ ਨਾ, ਕਿਉਂਕਿ 35 ਦੇ ਵਿੱਚ ਹੈ। ਉਸ ਤੋਂ ਬਾਅਦ ਨੈਸ਼ਨਲਾਈਜ਼ ਹੋ ਗਿਆ, ਹੈ ਨਾ, 49 ਦੇ ਵਿੱਚ, ਅਤੇ ਆਪਾਂ ਨੂੰ ਪਤਾ ਹੀ ਹੈ ਨਾ ਨੈਸ਼ਨਲਾਈਜ਼ ਹੋ ਗਿਆ ਜਿੱਦਾਂ ਆਪਾਂ ਕੀਤਾ। 1947 ਦੇ ਵਿੱਚ ਆਪਣੀ ਆਜ਼ਾਦੀ ਹੋ ਗਈ, ਮਤਲਬ ਇੰਡੀਪੈਂਡੈਂਸ ਤੋਂ ਬਾਅਦ ਜਿਹੜਾ ਗਵਰਨਰ ਬਣਿਆ ਪਹਿਲਾ ਇੰਡੀਅਨ ਗਵਰਨਰ ਉਹੀ ਕਹਾਊਗਾ, ਹੈ ਨਾ। ਤਾਂ ਉਹ ਗਵਰਨਰ ਦਾ ਨਾਮ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਤੁਹਾਨੂੰ ਪੁੱਛ ਲੈਣ ਕਿ ਪਹਿਲਾ ਆਪਣਾ ਇੰਡੀਅਨ ਗਵਰਨਰ ਕੌਣ ਸੀਗਾ, ਇੰਡੀਅਨ ਗਵਰਨਰ RBI ਦਾ, ਤਾਂ ਉਹਦਾ ਨਾਮ ਹੈ ਜੀ CD ਦੇਸ਼ਮੁਖ। ਬਹੁਤ ਸੌਖਾ ਨਾਮ ਹੈ, ਦੇਸ਼ ਤੋਂ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਜੇ ਤੁਹਾਨੂੰ ਪੁੱਛ ਲੈਣ ਕਿ ਆਪਣੇ ਐਟ ਪ੍ਰੈਜ਼ੈਂਟ ਗਵਰਨਰ ਕੌਣ ਨੇ, ਆਪਣੇ ਐਟ ਪ੍ਰੈਜ਼ੈਂਟ ਗਵਰਨਰ ਹੈ ਜੀ ਸ਼ਕਤੀ ਕਾਂਤਾ ਦਾਸ। ਸ਼ਕਤੀ ਕਾਂਤਾ ਦਾਸ ਆਪਣੇ ਐਟ ਪ੍ਰੈਜ਼ੈਂਟ ਗਵਰਨਰ ਨੇ, ਅਤੇ ਕਿੰਨੇਵੇਂ ਨੇ ਇਹ, 25ਵੇਂ ਨੇ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। 24ਵੇਂ ਉਰਜੀਤ ਪਟੇਲ ਸੀਗੇ। ਇਸ ਤੋਂ ਇਲਾਵਾ RBI ਤੋਂ ਸਟੈਟਿਕ ਕੁਐਸਚਨ ਇਹ ਬਣਦਾ ਕਿ ਇਹਦਾ ਹੈੱਡਕੁਆਟਰ ਕਿੱਥੇ ਹੈ। ਜੇ ਤੁਸੀਂ ਮੇਰੇ ਪ੍ਰੀਵੀਅਸ ਵੀਡੀਓਜ਼ ਚੈੱਕਆਊਟ ਕੀਤੀਆਂ ਨੇ, ਮੈਂ ਤੁਹਾਨੂੰ ਦੱਸਿਆ ਸੀ ਉੱਥੇ ਇੱਕ ਟ੍ਰਿਕ ਕਿ ਮੋਸਟਲੀ ਬੈਂਕਾਂ ਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਹੀ ਹੁੰਦਾ। ਤਾਂ ਸਭ ਤੋਂ ਮੇਨ ਬੈਂਕ ਤਾਂ ਆਪਣਾ ਸੈਂਟਰਲ ਬੈਂਕ ਹੀ ਹੈ, ਮਤਲਬ RBI। ਤਾਂ ਓਬਵੀਅਸਲੀ ਕੀ ਹੈ, ਇਹਦਾ ਜਿਹੜਾ ਹੈੱਡਕੁਆਟਰ ਹੋਊਗਾ ਉਹ ਕਿੱਥੇ ਹੋਊਗਾ, ਮੁੰਬਈ ਦੇ ਵਿੱਚ ਹੋਊਗਾ। ਠੀਕ ਹੈ, ਇਹ ਸਾਰੀ ਜਿਹੜੀ ਇਨਫੋਰਮੇਸ਼ਨ ਹੈ RBI ਤੋਂ ਤੁਹਾਨੂੰ ਜਦੋਂ ਵੀ ਆਊਗਾ RBI, ਇਹ ਤੁਸੀਂ ਰਿਵਾਈਜ਼ ਕਰਨੀ ਹੀ ਕਰਨੀ ਹੈ। ਹਾਂਜੀ, ਨੈਕਸਟ ਨਿਊਜ਼ ਦੇ ਉੱਤੇ ਮੂਵ ਔਨ ਕਰਦੇ ਹਾਂ। ਨੈਕਸਟ ਨਿਊਜ਼ ਕੀ ਆਪਣੀ ਐਕਸਟੈਂਸ਼ਨ ਤੋਂ ਹੈ ਜੀ। ਦੇਖੋ ਐਕਸਟੈਂਸ਼ਨ ਮਤਲਬ ਕੀ ਹੁੰਦਾ ਕਿ ਟਾਈਮ ਪੀਰੀਅਡ ਨੂੰ ਵਧਾਉਣਾ, ਹੈ ਨਾ। ਸੇਬੀ ਦੇ ਚੇਅਰਮੈਨ ਨੇ ਕੌਣ, ਅਜੇ ਤਿਆਗੀ। ਠੀਕ ਹੈ, ਇਹਨਾਂ ਦਾ ਟਾਈਮ ਪੀਰੀਅਡ ਕੰਪਲੀਟ ਹੋ ਚੁੱਕਿਆ ਸੀ, ਬਟ 18 ਮੰਥਸ ਦੀ ਇਹਨਾਂ ਨੂੰ ਐਕਸਟੈਂਸ਼ਨ ਮਿਲ ਗਈ। ਮਤਲਬ ਕੀ ਹੈ 18 ਮਹੀਨਿਆਂ ਤੱਕ ਇਹਨਾਂ ਦਾ ਜਿਹੜਾ ਕਾਰਜਕਾਲ ਹੈ ਉਹ ਵਧਾ ਦਿੱਤਾ ਗਿਆ। ਠੀਕ ਹੈ, ਇਹ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ। ਦੇਖੋ ਸਭ ਤੋਂ ਪਹਿਲਾਂ ਕੀ ਹੈ, ਹੁਣ ਜਦੋਂ ਸੇਬੀ ਆਇਆ ਤਾਂ ਸੇਬੀ ਤੋਂ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਸੇਬੀ ਦੀ ਫੁੱਲ ਫਾਰਮ ਕੀ ਹੈ।
हाँ जी, वैसे जे प्रीवियस लैक्चर देखे ने तो मैं तुहानूं सारा कुछ ये बारे करवाया होया सेबी बारे। तो सेबी की फुल फॉर्म हैगी है जी वो की है सिक्योरिटीज़ एंड एक्सचेंज बोर्ड ऑफ इंडिया। की है सिक्योरिटीज़ एंड एक्सचेंज बोर्ड ऑफ इंडिया, बोर्ड ऑफ इंडिया। और ये बनया कदों, सेबी बनया कदों, देखो ये भी तुहानूं पता होना चाहिए 1988 ਦੇ ਵਿੱਚ। सेबी ਦਾ हैडकुआटर कित्थे है, मुंबई ਦੇ ਵਿੱਚ। देखो मुंबई तो ना इत्थे तुसीं दो चीज़ां याद कर सकते हो किवें, सेबी ਤੇ SBI। देखो सुनन नूं सेम जिहा लगदा, वैसे जमा डिफरेंट बॉडीज़ है ये, जमा भी इक्को जिहियां नहीं हैगियां, ठीक है। SBI बैंक है, सेबी अपनी है ना तुहानूं दस्सिआ ही है कि सिक्योरिटी मार्केट नाल रिलेटेड है ये। सेबी ते SBI दोनों का ही हैडकुआटर मुंबई दे विच, ठीक है। उधरों हुणे आपां पिछली न्यूज़ करके हटे कि RBI का हैडकुआटर भी मुंबई दे विच है, ठीक है। ये भी तुसीं याद रखना है। उस तो बाद देखो चेयरमैन तो तुहानूं हुणे दस के आ न्यूज़ दे विच ही है अपने अजय त्यागी ने, इन्हां नूं एक्सटेंशन मिली है, ठीक है। ये सारी इन्फॉर्मेशन तुसीं याद रखनी है। पिछले दिनों के विच सेबी तो एक न्यूज़ आई सी कि सेबी ने अनाउंस किया कि एस्टैबलिश करूगा वर्चुअल म्यूजियम ऑफ सिक्योरिटी मार्केट। वर्चुअल म्यूजियम ये की है स्थापित करूगा। आई होप तुहानूं याद आ गई होगी, ठीक है। प्रीवियस डेज़ के विच आपां इहदे नाल रिलेटेड एक न्यूज़ की सी वर्चुअल म्यूजियम तो। हाँ जी, नैक्सट न्यूज़ आ गई अपनी बुक तो। बुक तो भी बुक्स तो जो भी रीसेंट के किसी ना किसी ने बुक लिखी होंगी है ना, उन्होंने तो क्वेश्चन पेपर के बेसिकली आ ही जाता है। तो तुहानूं बुक भी पता होनी चाहिए। देखो यतीश यादव इन्होंने बुक लिखी है रॉ RAW ए हिस्टरी ऑफ इंडियाज़ कोवर्ट ऑपरेशनस। देखो बुक का नेम है, तुहानूं याद करना ही पैना हैगा। बस की है, जो देखो लंबे नेम होंगे ने ना जोड़े बुक्स के, उन्होंने रैपीटिशन दे लिया करो। अपने करंट अफेयर्स के विच ना बुक का एक अलग तो पेज, अलग तो कॉलम बना लो, उत्थे सिर्फ तुसीं कल्लियां बुक्स ही लिखो, है ना, क्योंकि स्टैटिक जीके का पार्ट भी बनता है। तो अलग तो कल्लियां बुक्स ही उत्थे नोट करो, ठीक है। तो यतीश यादव ने लिखी है रॉ ए हिस्टरी ऑफ इंडियाज़ कोवर्ट ऑपरेशनस, ठीक है। जोड़ा रॉ है अपना, रॉ की फुल फॉर्म तुहानूं पता होनी चाहिए, ये अपनी इंडिया की इंटैलीजेंस एजेंसी है। इंडिया की की है इंटैलीजेंस एजेंसी। हाँ जी, ये फुल फॉर्म लिख लो ध्यान नाल, रिसर्च एंड एनालिसिस विंग, ठीक है। वैसे तुहानूं पता होनी चाहिए ये फुल फॉर्म की है। हाँ जी, जिवें कि आप प्रीवियस वीडियो के नाल लिंक करते हुंदे आ, तो आप लिंक करांगे कि प्रीवियस डेज़ दे विच आपां होर किहड़ी बुक की, ये तो तुसीं याद करनी है। इस तो इलावा आप बुक की सी जी विजय कुमार चौधरी की, विजय कुमार चौधरी की। बुक का नाम की सीगा मैंबरशिप इन पॉलिटिक्स, मैंबरशिप इन पॉलिटिक्स, ये सीगा बुक का नाम, ठीक है। ये याद रखना है। बट इस बुक नूं लॉन्च किने कीता सीगा, नीतीश कुमार ने। लॉन्च किने कीता सीगा, नीतीश कुमार ने। ये प्रीवियस डेज़ दे विच करवाई हुई है तुहानूं पहला, ठीक है। इस तो इलावा आपां एक बुक होर कीती सीगी, उस बुक का नाम की सीगा निरुपमा यादव की बुक सीगी स्पैशल कोड टू विन। दोबारा दस दिने की सीगी, निरुपमा यादव की तां बुक सीगी, और बुक का नेम की सीगा स्पैशल कोड टू विन, स्पैशल कोड टू विन। देखो इस तरीके नाल लिंक करते करते पढ़ते जाना, ये तुहाडा की है बहुत ईजी हो जाऊगा। इस तो इलावा देखो आप एक होर बुक की सी स्वच्छ भारत क्रांति, उहदा हिंदी ट्रांसलेशन सी जिहड़ा ओह मतलब रिलीज़ होया सीगा, स्वच्छ भारत क्रांति, स्वच्छ भारत क्रांति। ये हिंदी की सीगा, ये ट्रांसलेशन सीगा किहदा, स्वच्छ भारत रेवोल्यूशन का। तो ये तो तुहानूं पता होना चाहिए कि स्वच्छ भारत रेवोल्यूशन है जिहड़ा है ना, ओह मतलब किन्ना ने लिखिया, परमेश्वरन अय्यर, ठीक है, परमेश्वरन अय्यर। तो स्वच्छ भारत क्रांति है जिहड़ा इहनूं लॉन्च किहने कीता सीगा, गजेंद्र सिंह शेखावत ते स्मृति ईरानी, ठीक है जी। इस तरीके नाल तुसीं इहनूं की करना है, रिवाइज करना है। हाँ जी, नैक्सट न्यूज़ ते आ जाओ। आयरलैंड तो अपनी नैक्सट न्यूज़। हाँ जी, नैक्सट न्यूज़ हैगी अपनी टिकटॉक दे नाल रिलेटेड। टिकटॉक अनाउंस द ओपनिंग ऑफ फर्स्ट यूरोपीयन डाटा सेंटर इन आयरलैंड, ठीक है। देखो की है टिकटॉक तो न्यूज़ है अपनी आयरलैंड नाल रिलेटेड है। टिकटॉक ने अनाउंस किया कि ओपन करूगा अपना पहला यूरोपीयन डाटा सेंटर। टिकटॉक पहला कित्थे खोल रहा, आयरलैंड दे विच। ये तिन्ने पॉइंट्स याद रखने। टिकटॉक खोल रहा अपना, उहदा की है पहला यूरोपीयन डाटा सेंटर है, कित्थे खोल रहा है, वो कित्थे खोल रहा जी, आयरलैंड दे विच, ठीक है। तो इस तो बाद तुहानूं की है जिहड़ी आयरलैंड की कैपिटल है, उहदे बारे पता होना चाहिए। इहदी कैपिटल हैगी है डबलिन। की है इहदी कैपिटल,
ਡਬਲਿੰਗ। ਹਾਂਜੀ ਇਹਦੀ ਜਿਹੜਾ ਟਿਕਟੋਕ ਹੈਗਾ ਇਹ ਤੋਂ ਨਾ ਪ੍ਰੀਵੀਅਸ ਡੇਜ਼ ਦੇ ਵਿੱਚ ਇੱਕ ਨਿਊਜ਼ ਆਈ ਸੀਗੀ ਅਮਰੀਕਾ ਨਾਲ ਰਿਲੇਟਡ। ਅਮਰੀਕਾ ਨੇ ਅਨਾਊਂਸ ਕੀਤਾ ਸੀਗਾ ਕਿ ਅਮਰੀਕਾ ਬੈਨ ਕਰ ਦੂਗਾ ਟਿਕਟੋਕ ਨੂੰ, ਬਟ ਕੀ ਹੈ 15 ਸਤੰਬਰ ਤੋਂ ਉਦੋਂ ਤੱਕ ਬੈਨ ਕਰੂਗਾ ਜਦੋਂ ਤੱਕ ਅਮਰੀਕਾ ਦੀ ਕੋਈ ਕੰਪਨੀ ਟਿਕਟੋਕ ਨੂੰ ਖਰੀਦ ਨਹੀਂ ਲੈਂਦੀ। ਠੀਕ ਹੈ, ਇਹ ਪ੍ਰੀਵੀਅਸ ਡੇਜ਼ ਦੇ ਵਿੱਚ ਟਿਕਟੋਕ ਤੋਂ ਨਿਊਜ਼ ਆਈ ਸੀ। ਅਤੇ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਇੰਡੀਆ ਦੇ ਵਿੱਚ ਤਾਂ 59 ਐਪ ਬੈਨ ਕਰਤੇ ਚਾਈਨਾ ਦੇ, ਹੈ ਨਾ, ਇਨਕਲੂਡਿੰਗ ਟਿਕਟੋਕ ਵੀ ਬੈਨ ਕਰਤਾ। ਬਹੁਤ ਸਾਰੇ ਲੋਕ ਇਹਦੇ ਨਾਲ ਫਰੀ ਹੋ ਗਏ, ਹੈ ਨਾ, ਮਤਲਬ ਆਪਣਾ ਕੋਈ ਹੋਰ ਵਧੀਆ ਕੰਮ ਦੇ ਵਿੱਚ ਆਪਣਾ ਟਾਈਮ ਸਪੈਂਡ ਕਰ ਸਕਦੇ ਨੇ ਉਹ ਹੁਣ ਜਿਹੜੇ ਫਰੀ ਹੋਏ ਨੇ। ਹਾਂਜੀ, ਨੈਕਸਟ ਨਿਊਜ਼ ਤੋਂ ਇਹ ਮੂਵ ਔਨ ਕਰਦੇ ਹਾਂ ਆਪਾਂ। ਫੇਅਰ ਐਂਡ ਫੈਸਟੀਵਲ ਤੋਂ ਆ ਗਈ ਆਪਣੀ ਅਗਲੀ ਨਿਊਜ਼। ਠੀਕ ਹੈ ਜੀ, ਜਿਵੇਂ ਕਿ ਫੇਅਰ ਐਂਡ ਫੈਸਟੀਵਲ ਤੋਂ ਵੀ ਕੁਐਸਚਨ ਪੇਪਰ ਦੇ ਵਿੱਚ ਆ ਜਾਂਦਾ, J&K ਨੇ ਬੰਗਾਸ ਅਵਾਮ ਮੇਲਾ ਮਨਾਇਆ, ਮਤਲਬ ਸੈਲੀਬ੍ਰੇਟ ਕੀਤਾ ਔਨ ਫਸਟ ਐਨੀਵਰਸਰੀ ਆਫ ਰਿਮੂਵਲ ਆਫ 370 ਆਰਟੀਕਲ। ਦੇਖੋ ਦੋਨੋਂ ਹੀ ਰਿਲੇਟਡ ਆ ਗਈਆਂ ਨਿਊਜ਼, ਪਹਿਲਾਂ ਵੀ ਆਪਾਂ J&K ਤੋਂ ਕਰਕੇ ਹਟੇ ਹਾਂ। ਬੰਗਾਸ ਅਵਾਮ ਮੇਲਾ J&K ਦੇ ਵਿੱਚ ਸੈਲੀਬ੍ਰੇਟ ਕੀਤਾ ਗਿਆ। ਕਾਹਦੇ ਲਈ ਕੀਤਾ ਗਿਆ? ਕਿਉਂਕਿ ਪਹਿਲੀ ਐਨੀਵਰਸਰੀ ਸੀਗੀ ਰਿਮੂਵਲ, ਹਟਾਇਆ ਗਿਆ ਸੀ ਨਾ ਜਿਹੜਾ 370 ਆਰਟੀਕਲ ਮੈਂ ਪਹਿਲਾਂ ਹੀ ਦੱਸ ਕੇ ਹਟੀ ਹਾਂ, ਉਹਦੇ ਕਰਕੇ ਇਹ ਮਨਾਇਆ ਗਿਆ ਸੀਗਾ। ਠੀਕ ਹੈ, ਹੁਣ J&K ਤੋਂ ਪਹਿਲਾਂ J&K ਤੋਂ ਨਾ ਤੁਸੀਂ ਇਹ ਧਿਆਨ 'ਚ ਰੱਖਿਓ ਕਿ J&K ਦੇ ਹੰਦਵਾੜਾ ਡਿਸਟ੍ਰਿਕਟ ਦੇ ਵਿੱਚ ਮਨਾਇਆ ਗਿਆ। ਹੰਦਵਾੜਾ ਡਿਸਟ੍ਰਿਕਟ ਦੇ ਵਿੱਚ ਇਹ ਕੀ ਹੈ ਸੈਲੀਬ੍ਰੇਟ ਕੀਤਾ ਗਿਆ। ਠੀਕ ਹੈ ਜੀ, ਹੁਣ ਇਸ ਤੋਂ ਪਹਿਲਾਂ ਆਪਾਂ ਕੀ ਨਿਊਜ਼ ਕਰਕੇ ਹਟੇ ਹਾਂ ਕਿ ਮਨੋਜ ਸਿਨਹਾ ਨੂੰ ਨਿਊ ਲੈਫਟੀਨੈਂਟ ਗਵਰਨਰ ਲਾਇਆ ਗਿਆ J&K ਦਾ, ਜਿਹੜਾ ਕਿ ਲੈਫਟੀਨੈਂਟ ਗਵਰਨਰ ਹੁੰਦਾ ਉਹਨੂੰ ਅਪਾਇੰਟ ਕਰਦਾ ਪ੍ਰੈਜ਼ੀਡੈਂਟ। ਠੀਕ ਹੈ, ਅਤੇ 370 ਆਰਟੀਕਲ ਅਤੇ 35A ਆਰਟੀਕਲ ਨੂੰ ਹਟਾ ਦਿੱਤਾ ਗਿਆ ਸੀ। ਕਦੋਂ? 5 ਅਗਸਤ 2019 ਨੂੰ। ਠੀਕ ਹੈ, ਇਹ ਦੋਨੋਂ ਪੁਆਇੰਟ ਕੀ ਨੇ ਤੁਸੀਂ ਯਾਦ ਰੱਖਣੇ ਆ। ਓਕੇ ਹੈ ਜੀ। ਹਾਂਜੀ, ਇਸ ਤੋਂ ਇਲਾਵਾ ਹੁਣ ਦੇਖੋ ਫੇਅਰ ਐਂਡ ਫੈਸਟੀਵਲ ਆਇਆ ਹੈ, ਤਾਂ ਆਪਾਂ ਇੱਕ ਹੋਰ ਫੇਅਰ ਐਂਡ ਫੈਸਟੀਵਲ ਰਿਵਾਈਜ਼ ਕਰਨਾ ਹੈ। ਦੇਖੋ ਪ੍ਰੀਵੀਅਸ ਡੇਜ਼ ਦੇ ਵਿੱਚ ਇੱਕ ਫੇਅਰ ਐਂਡ ਫੈਸਟ ਆਇਆ ਸੀਗਾ, ਤੁਹਾਨੂੰ ਯਾਦ ਹੈਗਾ, ਤਾਮਿਲਨਾਡੂ ਤੋਂ ਸੀਗਾ ਉਹ ਫੇਅਰ ਐਂਡ ਫੈਸਟ, ਆਨੰਦੀ ਪੇਰੂਖੂ ਫੈਸਟੀਵਲ, ਤਾਮਿਲਨਾਡੂ ਤੋਂ ਸੀਗਾ। ਕਿਹੜਾ ਸੀਗਾ? ਅਨਾਦੀ ਵੀ ਬੋਲ ਦਿੰਦੇ ਆ ਇਹਨੂੰ, ਅਨਾਦੀ ਜਾਂ ਆਦੀ ਵੀ ਇੱਥੇ ਲਿਖਿਆ ਹੋ ਸਕਦਾ। ਠੀਕ ਹੈ, ਪੇਰੂਕੂ ਫੈਸਟੀਵਲ ਤਾਮਿਲਨਾਡੂ ਦਾ ਸੀਗਾ ਜੀ। ਇਹ ਮੌਨਸੂਨ ਦੇ ਬਿਗਨਿੰਗ ਦੇ ਵਿੱਚ ਇਹ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਹੈ, ਜੁਲਾਈ ਅਗਸਤ ਦੇ ਡਿਊਰਿੰਗ। ਠੀਕ ਹੈ, ਜਦੋਂ ਕਾਵੇਰੀ ਨਦੀ ਦੇ ਵਿੱਚ ਭਰਪੂਰ ਪਾਣੀ ਦੀ ਮਾਤਰਾ ਜਿਹੜੀ ਭਰ ਜਾਂਦੀ ਹੈ। ਠੀਕ ਹੈ, ਇਹ ਪ੍ਰੀਵੀਅਸ ਡੇਜ਼ ਦੇ ਵਿੱਚ ਆਪਣੀ ਆਈ ਹੋਈ ਨਿਊਜ਼ ਸੀਗੀ। ਹਾਂਜੀ, ਨੈਕਸਟ 'ਤੇ ਮੂਵ ਔਨ ਕਰਦੇ ਹਾਂ। ਇੰਪੋਰਟੈਂਟ ਡੇਜ਼, ਵੈਰੀ ਇੰਪੋਰਟੈਂਟ ਡੇਜ਼, ਸਾਰੇ ਹੀ ਇੰਪੋਰਟੈਂਟ ਨੇ ਤਿੰਨੋਂ ਦੇ ਤਿੰਨੋਂ। ਹਾਂਜੀ, 6 ਅਗਸਤ ਨੂੰ ਮਨਾਇਆ ਗਿਆ ਹੀਰੋਸ਼ੀਮਾ ਡੇ। 9 ਅਗਸਤ ਨੂੰ ਕਿਹੜਾ ਡੇ ਹੁੰਦਾ? ਨਾਗਾਸਾਕੀ ਡੇ। 7 ਅਗਸਤ ਨੂੰ ਕਿਹੜਾ ਡੇ ਹੁੰਦਾ? ਨੈਸ਼ਨਲ ਹੈਂਡਲੂਮ ਡੇ। ਹੁਣ ਤੁਸੀਂ ਕਹੋਗੇ 6 ਤੋਂ ਬਾਅਦ 7 ਲਿਖਣਾ ਸੀ, 9 ਕਿਉਂ ਲਿਖਤਾ, ਹੈ ਨਾ, ਕਿਉਂਕਿ 6 ਅਤੇ 9 ਇੰਟਰ ਰਿਲੇਟਡ ਨੇ ਤਾਂ ਮੈਂ ਇਕੱਠੇ ਲਿਖੇ ਨੇ। ਬਾਕੀ ਤੁਸੀਂ ਜਿਵੇਂ ਵੀ ਤੁਸੀਂ ਕਰਨਾ ਯਾਦ ਉਵੇਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਪਹਿਲੇ ਡੇ ਬਾਰੇ ਡਿਸਕਸ਼ਨ ਕਰਦੇ ਹਾਂ, ਸਿਰਫ 6 ਅਗਸਤ ਜਿਹੜਾ ਕਿ ਹੀਰੋਸ਼ੀਮਾ ਡੇ ਹੈ। ਦੇਖੋ 6 ਅਗਸਤ ਦੇ ਦਿਨ 1945 ਦੇ ਵਿੱਚ, ਠੀਕ ਹੈ, ਹੀਰੋਸ਼ੀਮਾ ਡੇ ਕਿਉਂ ਮਨਾਇਆ ਜਾਂਦਾ ਹੈ? ਕਿਉਂਕਿ ਸੈਕਿੰਡ ਵਰਲਡ ਵਾਰ ਦੇ ਟਾਈਮ ਆਪਾਂ ਨੂੰ ਪਤਾ ਹੈ ਕਿ US ਨੇ ਜਾਪਾਨ ਦੇ ਹੀਰੋਸ਼ੀਮਾ ਦੇ ਉੱਤੇ ਜਿਹੜਾ ਪਰਮਾਣੂ ਬੰਬ ਦਾ ਹਮਲਾ ਕਰਤਾ ਸੀਗਾ, ਜਿਹਦੇ ਵਿੱਚ 1.5 ਲੱਖ ਤੋਂ ਵੀ ਵੱਧ ਲੋਕ ਸੀ ਜਿਹੜੇ ਮਾਰੇ ਗਏ ਸੀਗੇ, ਹੈ ਨਾ। ਤੁਹਾਨੂੰ ਇਸ ਬੰਬ ਦੇ ਜਿਹੜਾ ਹੀਰੋਸ਼ੀਮਾ ਦੇ ਉੱਤੇ ਸੁੱਟਿਆ ਗਿਆ ਸੀ ਬੰਬ, ਉਹਦਾ ਨਾਮ ਪਤਾ ਹੋਣਾ ਚਾਹੀਦਾ ਪਰਮਾਣੂ ਦਾ। ਠੀਕ ਹੈ, ਕੀ ਸੀਗਾ? ਲਿਟਲ ਬॉय। ਬਹੁਤ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਕਿ ਲਿਟਲ ਬॉय ਸੀਗਾ ਜੀ ਜਿਹੜਾ ਹੀਰੋਸ਼ੀਮਾ ਵਾਲਾ ਸੀਗਾ। ਠੀਕ ਹੈ, ਹੁਣ ਅੱਛਾ ਇਹ ਸਿੱਟਿਆ ਕਿਉਂ ਗਿਆ? ਦੇਖੋ ਆਪਾਂ ਕਹਾਂਗੇ ਇਹਨਾਂ ਨਾਲ ਕੀ ਲੈਣਾ ਦੇਣਾ ਸੀਗਾ, ਹੈ ਨਾ, ਜਾਪਾਨ ਦਾ US ਨਾਲ। ਦੇਖੋ ਸੈਕਿੰਡ ਵਰਲਡ ਵਾਰ ਚੱਲ ਰਹੀ ਸੀਗੀ। ਠੀਕ ਹੈ, 1941 ਤੱਕ US ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਵਰਲਡ ਵਾਰ ਤੋਂ। ਠੀਕ ਹੈ, ਬਟ 1941 ਦੇ ਵਿੱਚ ਕੀ ਹੋਇਆ? ਜਾਪਾਨ ਨੇ US ਦੇ ਪਰਲ ਹਾਰਬਰ ਲਿਖ ਦਿੰਦੀ ਹਾਂ ਮੈਂ, ਪਰਲ ਹਾਰਬਰ ਦੇ ਉੱਤੇ ਅਟੈਕ ਕਰਤਾ। ਠੀਕ ਹੈ, ਉਸ ਤੋਂ ਬਾਅਦ ਹੀ ਜਿਹੜਾ ਆਪਣਾ US ਹੈ ਉਹ ਵਰਲਡ ਵਾਰ ਸੈਕਿੰਡ ਦੇ ਵਿੱਚ ਐਂਟਰ ਕਰ ਗਿਆ ਸੀ। ਦੁਬਾਰਾ ਰਿਪੀਟ ਕਰ ਦਿੰਦੇ ਹਾਂ, 1941 ਤੱਕ US ਦਾ ਕੋਈ ਵੀ ਲੈਣਾ ਦੇਣਾ ਨਹੀਂ ਸੀਗਾ ਵਰਲਡ ਵਾਰ ਨਾਲ, ਬਟ 1941 ਦੇ ਵਿੱਚ ਜਾਪਾਨ ਨੇ US ਦੇ ਪਰਲ ਹਾਰਬਰ 'ਤੇ ਅਟੈਕ ਕਰਤਾ, ਅਤੇ ਉਸ ਤੋਂ ਬਾਅਦ US ਵਰਲਡ ਵਾਰ ਸੈਕਿੰਡ ਦੇ ਵਿੱਚ ਐਂਟਰ ਹੋ ਗਿਆ ਸੀਗਾ। ਅਤੇ ਉਸ ਤੋਂ ਬਾਅਦ ਇਹਨੇ ਅਟੈਕ ਕੀਤਾ, ਆਪਾਂ ਨੂੰ ਪਤਾ ਹੀ ਹੈ, ਬਹੁਤ ਤਬਾਹੀ ਮਚੀ ਸੀ। ਹੀਰੋਸ਼ੀਮਾ ਡੇ ਉਸੇ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਨਾ, ਮਤਲਬ, ਅਤੇ ਤੁਸੀਂ ਧਿਆਨ 'ਚ ਰੱਖਣਾ। ਲਿਟਲ ਬॉय ਬਹੁਤ ਇੰਪੋਰਟੈਂਟ ਹੈ, ਇਹਨੂੰ ਜੀ ਯਾਦ ਜ਼ਰੂਰ ਰੱਖਿਓ। ਹਾਂਜੀ, ਉਸ ਤੋਂ ਬਾਅਦ 9 ਅਗਸਤ ਨੂੰ ਨਾਗਾਸਾਕੀ ਡੇ ਮਨਾਇਆ ਜਾਂਦਾ। ਨਾਗਾਸਾਕੀ ਦੇ ਉੱਤੇ ਹਮਲਾ ਕੀਤਾ ਗਿਆ। ਠੀਕ ਹੈ, 74,000 ਤੋਂ ਵੀ ਵੱਧ ਲੋਕਾਂ ਦੀ ਇਹਦੇ ਵਿੱਚ ਕੀ ਸੀ? ਡੈਥ ਹੋ ਗਈ ਸੀਗੀ। ਠੀਕ ਹੈ, ਅਤੇ ਨਾਗਾਸਾਕੀ ਦੇ ਉੱਤੇ ਜਿਹੜਾ ਬੰਬ ਸੁੱਟਿਆ ਗਿਆ ਸੀ, ਅਗੇਨ ਉਹਦਾ ਨਾਮ ਇੰਪੋਰਟੈਂਟ ਬਣਦਾ, ਜਿਵੇਂ ਇਹਦੇ ਉੱਤੇ ਵਾਲਾ ਆਪਾਂ ਕੀਤਾ ਸੀ ਨਾ ਕਿ ਲਿਟਲ ਬॉय ਸੀਗਾ, ਅਤੇ ਐਵੇਂ ਨਾਗਾਸਾਕੀ 'ਤੇ ਸੀਗਾ ਜਿਹੜਾ ਸੁੱਟਿਆ ਗਿਆ, ਉਹਦਾ ਨਾਮ ਸੀ ਫੈਟ ਮੈਨ। ਪਹਿਲਾਂ ਤਾਂ ਦੇਖੋ ਤੁਹਾਨੂੰ ਯਾਦ ਵੀ ਕਰਾ ਦਿੰਦੀ ਹਾਂ, ਚਲੋ ਮੈਂ, ਲਿਟਲ ਬॉय ਸੀਗਾ ਇਹਦਾ। ਦੇਖੋ 6 ਅਤੇ 9 ਡੇਟਸ ਅਗਸਤ ਦੀਆਂ ਨੇ, ਯਾਦ ਰੱਖਿਓ, 6
ਤੇ ਉਸ ਤੋਂ ਬਾਅਦ 6 ਨੂੰ ਜੇ ਉਲਟਾਵਾਂਗੇ ਤਾਂ 9 ਬਣਦੀ ਹੈ, ਹੈ ਨਾ। ਹੀਰੋਸ਼ੀਮਾ ਨਾਗਾਸਾਕੀ, ਓਕੇ। ਜਦੋਂ ਆਪਾਂ ਬੋਲਦੇ ਹਾਂ ਹੀਰੋਸ਼ੀਮਾ ਤੇ ਨਾਗਾਸਾਕੀ ਇੱਦਾਂ ਹੀ ਬੋਲਦੇ ਹਾਂ, ਹੈ ਨਾ। ਹੁਣ ਦੇਖੋ ਜਿਹੜਾ ਪਹਿਲਾ ਸੁੱਟਿਆ ਗਿਆ ਲਿਟਲ, ਛੋਟਾ ਵੀ ਸੀਗਾ ਤੇ ਛੋਟਾ ਬੁਆਏ ਹੀ ਹੁੰਦਾ, ਮੈਨ ਨਹੀਂ ਹੁੰਦਾ, ਹੈ ਨਾ। ਲਿਟਲ ਬੁਆਏ ਤਾਂ ਉਹਦਾ ਨਾਮ ਸੀਗਾ। ਵੱਡਾ ਯਾਦ ਕਰਾਉਣ ਦਾ ਤਰੀਕਾ ਦੱਸ ਰਹੀ ਹਾਂ, ਹੋਰ ਕੁਛ ਨਹੀਂ। 9 ਵੈਸੇ ਵੀ ਵੱਡਾ ਹੈ ਨਾ, ਮਤਲਬ 6 ਤੋਂ ਵੱਡਾ ਹੈ ਤਾਂ ਫੈਟ ਮੈਨ, ਇਹਨੂੰ ਐਵੇਂ ਕਰਕੇ ਤੁਸੀਂ ਯਾਦ ਰੱਖ ਸਕਦੇ ਹੋ, ਠੀਕ ਹੈ ਜੀ। ਹਾਂਜੀ, ਉਸ ਤੋਂ ਬਾਅਦ ਆ ਗਿਆ 7 ਤਰੀਕ ਵਾਲਾ, 7 ਅਗਸਤ ਨੈਸ਼ਨਲ ਹੈਂਡਲੂਮ ਡੇ। ਨੈਸ਼ਨਲ ਹੈਂਡਲੂਮ ਡੇ ਮਨਾਇਆ ਜਾਂਦਾ ਹੈ, ਕਾਹਦੇ ਲਈ ਮਨਾਇਆ ਜਾਂਦਾ ਹੈ ਜੀ? ਇਹ ਜਿਹੜੀ ਆਪਣੀ ਹੈਂਡਲੂਮ ਇੰਡਸਟਰੀ ਹੈ ਉਹਨੂੰ ਪ੍ਰਮੋਟ ਕਰਨ ਦੇ ਲਈ ਮਨਾਇਆ ਜਾਂਦਾ ਹੈ। ਹੈਂਡਲੂਮ ਇੰਡਸਟਰੀ ਹੈ ਜੀ, ਉਹਨੂੰ ਪ੍ਰਮੋਟ ਕਰਨ ਦੇ ਲਈ ਮਨਾਇਆ ਜਾਂਦਾ, ਅਤੇ 2015 ਤੋਂ ਇਹ ਜਿਹੜਾ ਮਨਾਇਆ ਜਾਣਾ ਕੀ ਹੈ, ਸਟਾਰਟ ਹੋਇਆ ਸੀਗਾ। ਹਾਂਜੀ, ਜਦੋਂ ਆਪਾਂ ਇੰਪੋਰਟੈਂਟ ਡੇਜ਼ ਕਰ ਰਹੇ ਹਾਂ ਤਾਂ ਜਿਹੜੇ ਆਪਣੇ ਪ੍ਰੀਵੀਅਸ ਇੰਪੋਰਟੈਂਟ ਡੇਜ਼ ਹੋਏ ਵੇ ਨੇ ਤਾਂ ਆਪਾਂ ਉਹ ਸਾਰੇ ਕੀ ਕਰਾਂਗੇ, ਰਿਵਾਈਜ਼ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਕੀਤਾ ਸੀਗਾ 1 ਅਗਸਤ ਨੂੰ। 1 ਅਗਸਤ ਨੂੰ ਕਿਹੜਾ ਡੇ ਕੀਤਾ ਸੀਗਾ, ਯਾਦ ਹੈਗਾ? ਦੇਖੋ ਤੁਸੀਂ ਵੀ ਜਦੋਂ ਪੜ੍ਹਨਾ ਇਸੇ ਤਰੀਕੇ ਨਾਲ ਪੜ੍ਹਨਾ, ਤੁਹਾਨੂੰ ਵੀ ਐਂ ਯਾਦ ਹੋਣਾ ਚਾਹੀਦਾ। 1 ਅਗਸਤ ਨੂੰ ਆਪਾਂ ਕੀਤਾ ਸੀਗਾ ਮੁਸਲਿਮ ਵਿਮਨ ਰਾਈਟਸ ਡੇ। ਯਾਦ ਆ ਗਿਆ ਜੀ? 3 ਤਲਾਕ ਦੀ ਪ੍ਰਥਾ ਨੂੰ 2019 ਦੇ ਵਿੱਚ ਸੀਗਾ ਜਿਹੜਾ ਖ਼ਤਮ ਕੀਤਾ ਸੀਗਾ, ਉਹਦੇ ਕਰਕੇ ਜਿਹੜਾ ਇਹ ਡੇ ਹੈਗਾ ਉਹ ਮਨਾਇਆ ਜਾਂਦਾ ਹੈ, ਠੀਕ ਹੈ। ਯਾਦ ਆ ਗਿਆ 3 ਤਰੀਕ ਵਾਲਾ? ਹਾਂਜੀ, ਉਸ ਤੋਂ ਬਾਅਦ ਆ ਗਿਆ ਆਪਣੇ ਨੈਕਸਟ 3 ਅਗਸਤ। 1 ਅਗਸਤ ਕਰ ਲਿਆ ਆਪਾਂ, ਉਸ ਤੋਂ ਬਾਅਦ ਆਪਾਂ ਕੀਤਾ ਸੀਗਾ 3 ਅਗਸਤ ਨੂੰ। 3 ਅਗਸਤ ਨੂੰ ਕਿਹੜਾ ਡੇ ਮਨਾਏਗਾ? ਵਰਲਡ ਸੰਸਕ੍ਰਿਤ ਡੇ। 1 ਮਿੰਟ ਨਾ ਵੀਡੀਓ ਨੂੰ ਤੁਸੀਂ ਪੌਜ਼ ਕਰ ਲਿਆ ਕਰੋ, ਵੀਡੀਓ ਨੂੰ ਪੌਜ਼ ਕਰਨ ਤੋਂ ਬਾਅਦ ਖੁਦ ਸੋਚਿਆ ਕਰੋ, ਠੀਕ ਹੈ, ਵੀ ਕਿਹੜਾ ਡੇ ਮਨਾਇਆ ਗਿਆ। ਵਰਲਡ ਸੰਸਕ੍ਰਿਤਿਕ ਡੇ ਕਦੋਂ ਮਨਾਇਆ ਗਿਆ? 3 ਅਗਸਤ ਨੂੰ। ਹਾਂਜੀ, ਉਸ ਤੋਂ ਬਾਅਦ ਮੈਂ ਤੁਹਾਨੂੰ 1 ਤੋਂ ਲੈ ਕੇ 7 ਅਗਸਤ ਤੱਕ ਇੱਕ ਵੀਕ ਕਰਾਇਆ ਸੀਗਾ, ਵਰਲਡ ਬ੍ਰੈਸਟ ਫੀਡਿੰਗ ਵੀਕ, ਠੀਕ ਹੈ ਜੀ। ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ, ਠੀਕ ਹੈ। ਇਸ ਤੋਂ ਇਲਾਵਾ ਆਪਾਂ ਇੱਕ ਹੋਰ ਵੀਕ ਕੀਤਾ ਸੀਗਾ, ਹਾਂਜੀ ਯਾਦ ਹੈ ਉਹ? 28 ਜੂਨ ਤੋਂ ਲੈ ਕੇ 12 ਜੁਲਾਈ 2020 ਤੱਕ ਸੰਕਲਪ ਪੁਰਬ ਮਨਾਇਆ ਗਿਆ, ਠੀਕ ਹੈ। ਔਰ ਇਹ ਮਿਨਿਸਟਰੀ ਆਫ ਕਲਚਰ ਨੇ ਸੈਲੀਬ੍ਰੇਟ ਕੀਤਾ ਸੀਗਾ, ਠੀਕ ਹੈ। ਕਾਹਦੇ ਲਈ? ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਪਲਾਂਟੇਸ਼ਨ ਕੀਤੀ ਜਾਊਗੀ ਹੈ ਨਾ ਪੇੜਾਂ ਦੀ, ਉਹਦੇ ਰਿਗਾਰਡਿੰਗ ਸੀਗਾ ਇਹ, ਠੀਕ ਹੈ। ਹਾਂਜੀ, ਨੈਕਸਟ ਨਿਊਜ਼ ਉੱਤੇ ਮੂਵ ਔਨ ਕਰਦੇ ਹਾਂ। ਦੇਖੋ ਘਰੇ ਵੀ ਜਦੋਂ ਪੜ੍ਹਨਾ ਨਾ ਤੁਸੀਂ ਇਸੇ ਤਰੀਕੇ ਨਾਲ ਹੀ ਪੜ੍ਹਨਾ, ਲਿੰਕ ਕਰਦੇ, ਠੀਕ ਹੈ। ਅਗਲੀ ਨਿਊਜ਼ ਹੈਗੀ ਆਪਣੀ ਸਟੇਟ ਨਿਊਜ਼, ਮਤਲਬ ਕਿ ਯੂਪੀ ਤੋਂ ਹੈ। ਯੂਪੀ ਸੈਟਅਪ ਇੰਡਸਟਰੀਅਲ ਪਾਰਕਸ ਫॉर MSME ਇਨ 6 ਆਫ ਇਟਸ ਮੋਸਟ ਇੰਡਸਟਰੀਅਲਾਈਜ਼ਡ ਡਿਸਟ੍ਰਿਕਟਸ, ਠੀਕ ਹੈ। ਮਤਲਬ ਉਹ ਕਿਹੜੀ ਸਟੇਟ ਹੈ ਜਿਹੜੀ ਇੰਡਸਟਰੀਅਲ ਪਾਰਕਸ ਸੈਟਅਪ ਕਰ ਰਹੀ ਹੈ MSME ਲਈ? MSME ਦੀ ਫੁੱਲ ਫਾਰਮ ਹੁੰਦੀ ਹੈ ਜੀ ਮਾਈਕਰੋ, ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ, ਠੀਕ ਹੈ। ਇਹਦੇ ਲਈ ਕੀਤੀ ਹੈ ਇਨ 6 ਆਫਿਸਟ, ਮਤਲਬ ਕਿ ਉਹਦੇ 6 ਇੰਡਸਟਰੀਲਾਈਜ਼ਡ ਜਿਹੜੀਆਂ ਡਿਸਟ੍ਰਿਕਟਸ ਨੇ ਉਹਦੇ ਵਿੱਚ ਇਹ ਲਗਾਏ ਜਾਣਗੇ ਪਾਰਕਸ, ਠੀਕ ਹੈ। ਹੁਣ ਤੁਸੀਂ ਯਾਦ ਰੱਖਣਾ, ਦੇਖੋ ਹੁਣ ਆਇਆ ਯੂਪੀ ਤੋਂ ਤੁਹਾਨੂੰ 2 ਪੁਆਇੰਟ ਲਿੰਕ ਕਰਾ ਦਿੰਦੀ ਹਾਂ ਮੈਂ। ਇੱਕ ਤਾਂ ਕੁਐਸਚਨ ਬਣਦਾ ਸਟੈਟਿਕ ਜੀਕੇ ਦਾ, ਉਹ ਇਹ ਹੈ ਕਿ ਇਹੋ ਜਿਹੀ ਕਿਹੜੀ ਸਟੇਟ ਹੈ ਜਿਹੜੀ ਵੱਧ ਤੋਂ ਵੱਧ ਸਟੇਟਸ ਨਾਲ ਕੀ ਆਪਣੀ ਬਾਉਂਡਰੀ ਸ਼ੇਅਰ ਕਰਦੀ ਹੈ, ਮਤਲਬ ਮੈਕਸੀਮਮ ਸਟੇਟਾਂ ਨਾਲ ਆਪਣੀ ਬਾਉਂਡਰੀ ਸ਼ੇਅਰ ਕਰਦੀ ਹੈ, ਤਾਂ ਉਹਦਾ ਆਨਸਰ ਹੋਊਗਾ ਯੂਪੀ। ਇਹ 8+1 ਮਤਲਬ 8 ਸਟੇਟ ਅਤੇ 1 ਯੂਨੀਅਨ ਟੈਰੀਟਰੀ ਨਾਲ ਆਪਣੀ ਬਾਉਂਡਰੀ ਸ਼ੇਅਰ ਕਰਦੀ ਹੈ। 8 ਸਟੇਟਸ ਤੁਸੀਂ ਸਰਚ ਕਰਨੀਆਂ ਕਿਹੜੀਆਂ ਨੇ, ਅਤੇ ਇੱਕ ਜਿਹੜੀ ਯੂਨੀਅਨ ਟੈਰੀਟਰੀ ਮੈਂ ਦੱਸ ਦਿੰਦੀ ਹਾਂ ਦਿੱਲੀ ਹੈ ਇਹ, ਠੀਕ ਹੈ ਜੀ। ਇਹ ਤੁਸੀਂ ਪੁਆਇੰਟ ਯਾਦ ਰੱਖਣਾ। ਇਸ ਤੋਂ ਇਲਾਵਾ ਜਿਹੜੇ ਆਨੰਦੀਬੇਨ ਪਟੇਲ ਨੇ, ਆਨੰਦੀਬੇਨ ਪਟੇਲ, ਇਹ ਯੂਪੀ ਦੇ ਗਵਰਨਰ ਨੇ, ਠੀਕ ਹੈ। ਕਿਉਂਕਿ MP ਦੇ ਗਵਰਨਰ ਲਾਲਜੀ ਟੰਡਨ ਦੀ ਡੈਥ ਹੋ ਗਈ ਸੀ, ਇਸ ਕਰਕੇ ਯੂਪੀ ਦੇ ਗਵਰਨਰ ਨੇ ਜਿਹੜੇ ਆਨੰਦੀਬੇਨ ਪਟੇਲ, ਇਹਨਾਂ ਨੂੰ ਜਿਹੜਾ MP ਦਾ ਹੈ ਐਡੀਸ਼ਨਲ ਚਾਰਜ ਮਿਲ ਗਿਆ ਸੀ। ਇਹ ਵੀ ਪੁਆਇੰਟ ਤੁਹਾਨੂੰ ਕੀ ਹੈ ਯੂਪੀ ਤੋਂ ਯਾਦ ਹੋਣਾ ਚਾਹੀਦਾ ਹੈ। ਹਾਂਜੀ, ਅਗਲੀ ਨਿਊਜ਼ 'ਤੇ ਆ ਜਾਓ। ਸਕੁਐਸ਼ ਚੈਂਪੀਅਨਸ਼ਿਪ, ਇੰਡੀਆ ਹੈਜ਼ ਵਿਦਡਰਾਨ ਫਰਮ ਵੂਮੈਨਸ ਵਰਲਡ ਟੀਮ ਸਕੁਐਸ਼ ਚੈਂਪੀਅਨਸ਼ਿਪ। ਵਿਮਨ ਵਰਲਡ ਟੀਮ ਸਕੁਐਸ਼ ਚੈਂਪੀਅਨ ਦੇ ਵਿੱਚ ਇੰਡੀਆ ਨੇ ਆਪਣੇ ਆਪ ਨੂੰ ਵਿਦਡਰਾ ਕਰਾ ਲਿਆ, ਮਤਲਬ ਕਿ ਇੰਡੀਆ ਜਿਹੜਾ ਉਹ ਪਲੇ ਨਹੀਂ ਕਰੂਗਾ, ਹੈ ਨਾ। ਕਾਹਦੇ ਲਈ? ਕਿਉਂਕਿ ਦੇਖੋ ਆਪਣਾ ਪਤਾ ਆਪਾਂ ਨੂੰ ਕਰੋਨਾ ਕਰਕੇ ਕਹਿੰਦੇ ਆਪਣੇ ਜਿਹੜੇ ਪਲੇਅਰਸ ਨੇ ਉਹਨਾਂ ਦੀ ਜਿਹੜੀ ਪ੍ਰੈਕਟਿਸ ਹੈ ਉਹ ਸਹੀ ਤਰੀਕੇ ਨਾਲ ਨਹੀਂ ਹੋ ਪਾਈ, ਤਾਂ ਫਿਰ ਉਹੀ ਇਹ ਗੱਲ ਕਿ ਬਿਨਾਂ ਤਰੀਕੇ ਨਾਲ ਆਪਣੀ ਬੇਇੱਜ਼ਤੀ ਕਰਾਏ ਦਾ ਕੋਈ ਮਤਲਬ ਨਹੀਂ ਬਣਦਾ, ਇਸ ਲਈ ਇਹਨਾਂ ਨੇ ਵਿਦਡਰਾ ਹੀ ਕਰ ਲਿਆ, ਠੀਕ ਹੈ। ਅਤੇ ਯਾਦ ਇੰਪੋਰਟੈਂਟ ਕਿਉਂ ਹੈ? ਕਿਉਂਕਿ ਇੱਥੇ ਇੰਡੀਆ ਹੈ, ਠੀਕ ਹੈ, ਆਪਣੀ ਕੰਟਰੀ ਹੈ। ਇੰਡੀਆ ਨੇ ਵਿਦਡਰਾ ਕੀਤਾ ਕਿਹਦੇ 'ਚੋਂ? ਵਿਮਨ ਵਰਲਡ ਟੀਮ ਸਕੁਐਸ਼ ਚੈਂਪੀਅਨਸ਼ਿਪ ਦੇ ਵਿੱਚ, ਠੀਕ ਹੈ। ਇਹ ਚੀਜ਼ ਤੁਸੀਂ ਧਿਆਨ 'ਚ ਰੱਖਣੀ, ਜਿਹੜੀ ਕਿ ਹੈਲਡ ਕਿੱਥੇ ਹੋ ਰਹੀ ਸੀਗੀ? ਮਲੇਸ਼ੀਆ ਹੈਲਡ ਹੋਊਗੀ, ਠੀਕ ਹੈ। ਇਹ ਵੀ ਯਾਦ ਰੱਖਣਾ। ਇਸ ਤੋਂ ਇਲਾਵਾ ਜਦੋਂ ਹੁਣ ਇਹਦੀ ਗੱਲ ਆਈ ਹੈ ਤਾਂ SRFI ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਕੀ ਹੈ? ਸਕੁਐਸ਼ ਰੈਕੇਟ ਫੈਡਰੇਸ਼ਨ ਆਫ ਇੰਡੀਆ। ਕੀ ਹੈ? ਸਕੁਐਸ਼ ਰੈਕੇਟ ਫੈਡਰੇਸ਼ਨ ਆਫ ਇੰਡੀਆ, ਇਹਦੀ ਫੁੱਲ ਫਾਰਮ ਹੈ, ਠੀਕ ਹੈ ਜੀ। ਇਹਦੇ ਪ੍ਰੈਜ਼ੀਡੈਂਟ ਕੌਣ ਨੇ ਜੀ? ਦਵਿੰਦਰ ਨਾਥ ਸਾਰੰਗੀ,
ਦਵਿੰਦਰ ਨਾਥ ਸਾਰੰਗੀ। ਠੀਕ ਹੈ, ਤੇ ਇਹਦਾ ਜਿਹੜਾ ਹੈੱਡਕੁਆਟਰ ਹੈ ਉਹ ਕਿੱਥੇ ਹੈਗਾ? ਚੇਨਈ ਦੇ ਵਿੱਚ। ਓਕੇ, ਇਹ ਸਾਰੀ ਇਨਫੋਰਮੇਸ਼ਨ ਇਹਦੀ ਤੁਸੀਂ ਕੀ ਰੱਖਣੀ ਹੈ? ਯਾਦ ਰੱਖਣੀ ਹੈ। ਨੈਕਸਟ ਨਿਊਜ਼ ਹੈਗੀ ਹੈ ਜੀ ਓਬਚਰੀ ਤੋਂ। ਓਬਚਰੀ ਦਾ ਕੀ ਮਤਲਬ ਹੁੰਦਾ? ਮਤਲਬ ਕਿਸੇ ਦੀ ਡੈਥ ਹੋ ਜਾਂਦੀ ਹੈ, ਉਹਦੇ ਰਿਲੇਟਡ ਨਿਊਜ਼ ਹੁੰਦੀ ਹੈ। ਠੀਕ ਹੈ, ਵੈਸੇ ਤਾਂ ਬਹੁਤ ਸਾਰੇ ਪਰਸਨਸ ਦੀ ਡੈਥ ਹੁੰਦੀ ਰਹਿੰਦੀ ਹੈ, ਬਟ ਰੀਸੈਂਟ ਦੇ ਵਿੱਚ ਕੋਈ ਇੰਪੋਰਟੈਂਟ ਪਰਸਨ ਦੀ ਡੈਥ ਹੋਈ ਹੋਵੇ ਤਾਂ ਉਹਦੇ ਰਿਲੇਟਡ ਜਿਹੜਾ ਕੁਐਸਚਨ ਹੈ ਪੇਪਰ ਦੇ ਵਿੱਚ ਆ ਜਾਂਦਾ ਹੈ। ਠੀਕ ਹੈ, ਹੁਣ ਦੇਖੋ ਇੱਥੇ ਕੀ ਹੈ, ਜੌਨ ਹਿਊਮ ਹੈ ਜਿਹੜੀ ਇਹਨਾਂ ਦੀ ਡੈਥ ਹੋ ਗਈ, ਪਾਸਡ ਅਵੇ ਹੁੰਦਾ, ਡੈਥ ਹੋ ਗਈ ਇਹਨਾਂ ਦੀ। ਮਤਲਬ ਨੋਬਲ ਪੀਸ ਪ੍ਰਾਈਜ਼ ਇਹ ਵਿਨਰ ਸੀਗੇ ਅਤੇ ਨਦਰਨ ਆਇਰਲੈਂਡ ਦੇ ਪੋਲੀਟੀਸ਼ੀਅਨ ਵੀ ਸੀਗੇ। ਠੀਕ ਹੈ, ਇਹ ਤੁਸੀਂ ਯਾਦ ਰੱਖ ਲੈਣਾ, ਜੌਨ ਹਿਊਮ। ਠੀਕ ਹੈ ਜੀ, ਹੁਣ ਦੇਖੋ ਨੋਬਲ ਪੀਸ ਪ੍ਰਾਈਜ਼ ਦੀ ਗੱਲ ਇੱਥੇ ਆਈ ਹੈ ਤਾਂ ਇੱਥੇ ਤੁਹਾਨੂੰ ਮੈਂ ਨੋਬਲ ਪੀਸ ਪ੍ਰਾਈਜ਼ ਬਾਰੇ ਥੋੜ੍ਹੀ ਇਨਫੋਰਮੇਸ਼ਨ ਦਿੰਨੀ ਹੈ। ਠੀਕ ਹੈ, ਹਾਂਜੀ, ਨੋਬਲ ਪੀਸ ਪ੍ਰਾਈਜ਼ ਤੋਂ ਤੁਸੀਂ ਬਹੁਤ ਕੁਝ ਯਾਦ ਰੱਖਣਾ, ਕਿਉਂਕਿ ਅੱਗੇ ਤੋਂ ਜਦੋਂ ਵੀ ਨੋਬਲ ਪੀਸ ਪ੍ਰਾਈਜ਼ ਆਊਗਾ ਨਾ, ਜਿਹੜੀ ਬੇਸਿਕ ਇਨਫੋਰਮੇਸ਼ਨ ਹੈ ਤੁਹਾਨੂੰ ਇਹ ਤਾਂ ਪਤਾ ਹੀ ਹੋਣੀ ਚਾਹੀਦੀ ਹੈ, ਦੱਸਣ ਦੀ ਤੋਂ ਬਾਅਦ ਮੈਨੂੰ ਲੋੜ ਨਹੀਂ ਪੈਣੀ ਚਾਹੀਦੀ। ਠੀਕ ਹੈ, ਨੋਬਲ ਪੀਸ ਪ੍ਰਾਈਜ਼ ਦਾ ਦੇਖੋ ਜਿਹੜਾ 6 ਫੀਲਡ ਦੇ ਵਿੱਚ ਮਿਲਦਾ, 6 ਕੈਟਾਗਰੀਜ਼ ਦੇ ਵਿੱਚ ਮਿਲਦਾ, ਬਸ ਇਹ ਚੀਜ਼ ਸਮਝ ਲਓ ਤੁਸੀਂ। ਇਹਨੂੰ ਆਪਾਂ ਡਿਵਾਈਡ ਕਿਵੇਂ ਕਰਾਂਗੇ? 5 ਤੇ 1, ਮਤਲਬ 5 ਕੈਟਾਗਰੀਜ਼ ਇੱਕ ਸਾਈਡ ਅਤੇ ਇੱਕ ਕੈਟਾਗਰੀ ਇੱਕ ਸਾਈਡ। ਇਹ ਜਿਹੜੀ 5 ਕੈਟਾਗਰੀਜ਼ ਨੇ ਇਹਨਾਂ ਨੂੰ ਤਾਂ ਕੌਣ ਦਿੰਦਾ ਹੈ? ਤਾਂ ਸਟਾਕਹੋਮ ਸਵੀਡਨ ਦਿੰਦਾ। ਠੀਕ ਹੈ, ਅਤੇ ਇੱਕ ਕੈਟਾਗਰੀ ਨੂੰ ਨਾਰਵੇ ਓਸਲੋ ਦੁਆਰਾ ਜਿਹੜਾ ਇਹ ਪ੍ਰਾਈਜ਼ ਹੈ ਦਿੱਤਾ ਜਾਂਦਾ ਇੱਕ ਕੈਟਾਗਰੀ ਨੂੰ। ਅੱਛਾ, ਹੁਣ ਉਹ 5 ਕੈਟਾਗਰੀਜ਼ ਕਿਹੜੀਆਂ ਨੇ ਜਿਨ੍ਹਾਂ ਨੂੰ ਅਲੱਗ-ਅਲੱਗ ਦਿੱਤਾ ਜਾਂਦਾ? ਪਹਿਲਾਂ ਮੈਂ 5 ਕੈਟਾਗਰੀਜ਼ ਲਿਖਾਉਂਦੀ ਹਾਂ ਤੁਹਾਨੂੰ। ਠੀਕ ਹੈ, ਸੌਰੀ, ਫਿਜ਼ਿਕਸ, ਕੈਮਿਸਟਰੀ, ਥਰਡ ਨੰਬਰ ਵਾਲੀ ਹੈਗੀ ਹੈ ਮੈਡੀਸਨ, ਉਸ ਤੋਂ ਬਾਅਦ ਹੈਗੀ ਇਕਨੋਮਿਕਸ, ਅਤੇ ਉਸ ਤੋਂ ਬਾਅਦ ਜੀ ਲਿਟਰੇਚਰ। ਇਹ 5 ਜਿਹੜੀਆਂ ਕੈਟਾਗਰੀਜ਼ ਨੇ, ਫਿਜ਼ਿਕਸ, ਕੈਮਿਸਟਰੀ, ਮੈਡੀਸਨ, ਇਕਨੋਮਿਕਸ ਅਤੇ ਲਿਟਰੇਚਰ, ਇਹਨਾਂ ਨੂੰ ਤਾਂ ਦਿੰਦਾ ਸਟਾਕਹੋਮ ਸਵੀਡਨ। ਠੀਕ ਹੈ, ਇਹ ਯਾਦ ਰੱਖਣਾ। ਬਚੀ ਇੱਕ ਕੈਟਾਗਰੀ ਉਹ ਹੈਗੀ ਹੈ ਜੀ ਆਪਣੀ ਪੀਸ ਦੀ, ਇਹਨੂੰ ਦਿੰਦਾ ਨਾਰਵੇ ਓਸਲੋ। ਠੀਕ ਹੈ, ਇਸ ਤੋਂ ਇਲਾਵਾ ਨੋਬਲ ਪੀਸ ਪ੍ਰਾਈਜ਼ ਤੋਂ ਤੁਹਾਨੂੰ ਹੋਰ ਕੀ ਕੁਛ ਪਤਾ ਹੋਣਾ ਚਾਹੀਦਾ ਕਿ ਜਿਹੜਾ ਨੋਬਲ ਪ੍ਰਾਈਜ਼ ਹੈ ਇਹ ਐਲਫਰਡ ਨੋਬਲ ਦੇ ਨਾਮ 'ਤੇ ਦਿੱਤਾ ਜਾਂਦਾ। ਐਲਫਰਡ ਨੋਬਲ ਦੇ ਨਾਮ 'ਤੇ ਇਹ ਪ੍ਰਾਈਜ਼ ਹੈ ਜਿਹੜਾ ਦਿੱਤਾ ਜਾਂਦਾ। ਇਹਨਾਂ ਦੀ ਡੈਥ ਐਨੀਵਰਸਰੀ 'ਤੇ ਦਿੱਤਾ ਜਾਂਦਾ। ਇਹ ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਡੈਥ ਐਨੀਵਰਸਰੀ ਦਿੱਤਾ ਜਾਂਦਾ ਅਤੇ 10 ਦਸੰਬਰ ਨੂੰ ਦਿੱਤਾ ਜਾਂਦਾ। ਹਰ ਸਾਲ 10 ਦਸੰਬਰ ਨੂੰ ਦਿੱਤਾ ਜਾਂਦਾ। ਐਲਫਰਡ ਨੋਬਲ ਉਹੀ ਨੇ ਜਿਨ੍ਹਾਂ ਨੇ ਡਾਇਨਾਮਾਈਟ ਦੀ ਖੋਜ ਕੀਤੀ ਸੀ ਇਹਨਾਂ ਨੇ। ਠੀਕ ਹੈ, ਇਹ ਸਾਰਾ ਕੁਛ ਯਾਦ ਰੱਖਣਾ। ਇਸ ਤੋਂ ਇਲਾਵਾ ਦੇਖੋ ਕਹਿੰਦੇ ਇਹ ਜਿਹੜਾ ਦਿੱਤਾ ਜਾਣਾ ਹੈ ਨੋਬਲ ਪ੍ਰਾਈਜ਼ ਨੇ ਜਿਹੜੇ 1901 ਦੇ ਵਿੱਚ ਇਹ ਦਿੱਤੇ ਜਾਣੇ ਸਟਾਰਟ ਹੋਏ ਨੇ। ਠੀਕ ਹੈ, ਬਟ ਇਹ 5 ਕੈਟਾਗਰੀਜ਼ ਦੇ ਵਿੱਚ ਮਿਲਦੇ ਸੀ ਜਦੋਂ 1901 ਦੇ ਵਿੱਚ ਸਟਾਰਟ ਹੋਏ। ਠੀਕ ਹੈ, 5 ਕੈਟਾਗਰੀਜ਼ ਕਿਹੜੀਆਂ ਸੀਗੀਆਂ ਉਹ ਤੁਸੀਂ ਬਾਕੀ ਨੇ ਯਾਦ ਕਰ ਲਿਓ। ਮੈਂ ਦੱਸ ਦਿੰਦੀ ਕਿਹੜੀ 'ਚ ਨਹੀਂ ਮਿਲਦਾ ਸੀਗਾ। ਇਕਨੋਮਿਕਸ ਦੇ ਵਿੱਚ ਨਹੀਂ ਮਿਲਦਾ ਸੀਗਾ। ਠੀਕ ਹੈ, 1969 ਦੇ ਵਿੱਚ ਪਹਿਲੀ ਵਾਰ ਹੈ ਜਿਹੜਾ ਇਕਨੋਮਿਕਸ ਦੇ ਵਿੱਚ ਮਿਲਿਆ, ਬਟ ਜਿਹੜੀ ਦੀ ਡੈਕਲੇਰੇਸ਼ਨ ਹੈ ਕਿ ਇਕਨੋਮਿਕਸ 'ਚ ਮਿਲੂਗਾ ਉਹ 1967 ਦੇ ਵਿੱਚ ਹੀ ਹੋ ਗਈ ਸੀ। ਡੈਕਲੇਰੇਸ਼ਨ ਕਦੋਂ ਹੋਈ ਕਿ ਇਕਨੋਮਿਕਸ ਦਿੱਤਾ ਜਾਊਗਾ? 67 ਦੇ ਵਿੱਚ, ਬਟ ਮਿਲਿਆ ਕਦੋਂ? 69 ਦੇ ਵਿੱਚ। ਠੀਕ ਹੈ, ਇਹ ਤੋਂ ਕੁਐਸਚਨ ਬਹੁਤ ਆਉਂਦੇ ਨੇ, ਇਸ ਲਈ ਤਰੀਕੇ ਨਾਲ ਇਹਨੂੰ ਤੁਸੀਂ ਯਾਦ ਕਰ ਲਿਓ। ਠੀਕ ਹੈ ਜੀ, ਹਾਂਜੀ, ਇੱਕ ਵਾਰੀ ਆਪਾਂ ਬਰੀਫਲੀ ਸਾਰੀਆਂ ਨਿਊਜ਼ ਰਿਵਾਈਜ਼ ਕਰ ਲੈਂਦੇ ਹਾਂ ਕਿ ਆਪਾਂ ਕਿਹੜੀ ਨਿਊਜ਼ ਕੀਤੀਆਂ। ਸਭ ਤੋਂ ਪਹਿਲਾਂ ਆਪਾਂ ਕੀਤੀ ਸੀ ਅਪੁਆਇੰਟਮੈਂਟ। ਮਨੋਜ ਸਿਨਹਾ ਨੂੰ ਨਵੇਂ ਲੈਫਟੀਨੈਂਟ ਗਵਰਨਰ ਲਾਇਆ ਕਿਹਦਾ? J&K ਦਾ। ਠੀਕ ਹੈ ਜੀ, J&K ਤੋਂ ਜਿਹੜੇ ਆਰਟੀਕਲ ਰਿਮੂਵ ਕੀਤੇ ਨੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਦੋਨੇ ਯਾਦ ਰੱਖਿਓ। ਅਤੇ ਇਹ ਜਿਹੜਾ ਆਪਣਾ ਮਨੋਜ ਸਿਨਹਾ ਹੈ, ਠੀਕ ਹੈ, ਇਹਨਾਂ ਨੂੰ ਲਾਇਆ ਤਾਂ ਹੈ ਬਟ ਹਟਾਇਆ ਕਿਹਨਾਂ ਦੀ ਜਗ੍ਹਾ ਦੇ ਉੱਤੇ ਇਹਨਾਂ ਨੂੰ ਲਾਇਆ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਉਸ ਤੋਂ ਬਾਅਦ ਮੋਨੀਟਰੀ ਪੋਲਿਸੀ 4% ਰੈਪੋ ਰੇਟ ਦਿੱਤਾ RBI ਨੇ ਬਾਈ ਮੰਥਲੀ ਮੋਨੀਟਰੀ ਪੋਲਿਸੀ ਦਾ, ਅਤੇ 3.35 ਕੀ ਦਿੱਤਾ ਹੈਗਾ? ਰਿਵਰਸ ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ ਕੀ ਹੁੰਦਾ ਇਹ ਚੀਜ਼ ਤੁਹਾਨੂੰ ਮੈਂ ਪਹਿਲਾਂ ਹੀ ਕਲੀਅਰ ਕਰਤੀ ਹੈ। ਐਕਸਟੈਂਸ਼ਨ ਕਿਹਨੂੰ ਮਿਲੀ ਹੈ ਜੀ? ਸੇਬੀ ਦੇ ਚੇਅਰਮੈਨ ਨੂੰ, ਜਿਨ੍ਹਾਂ ਦਾ ਨਾਮ ਕੀ ਹੈ ਜੀ? ਅਜੇ ਤਿਆਗੀ। 18 ਮਹੀਨਿਆਂ ਦੀ ਐਕਸਟੈਂਸ਼ਨ ਮਿਲੀ ਹੈ, ਟਾਈਮ ਪੀਰੀਅਡ ਉਹਨਾਂ ਦਾ ਵਧਾਤਾ। ਬੁੱਕ ਯਤੀਸ਼ ਯਾਦਵ, ਰॉ ਅ ਹਿਸਟਰੀ ਆਫ ਇੰਡੀਆਜ਼ ਕੋਵਰਟ ਆਪਰੇਸ਼ਨ। ਬੁੱਕ ਤੁਸੀਂ ਸਿੱਧੀ ਯਾਦ ਰੱਖਣੀ ਕਿਹੜੀ ਕਿਹਨੇ ਲਿਖੀ ਹੈ। ਟਿਕਟੋਕ ਨੇ ਅਨਾਊਂਸ ਕੀਤਾ ਕਿ ਆਪਣਾ ਉਹ ਪਹਿਲਾ ਯੂਰਪੀਅਨ ਡਾਟਾ ਸੈਂਟਰ ਆਇਰਲੈਂਡ ਦੇ ਵਿੱਚ ਓਪਨ ਕਰੂਗਾ। ਠੀਕ ਹੈ ਜੀ, ਫੇਅਰ ਐਂਡ ਫੈਸਟੀਵਲ ਤੋਂ ਯਾਦ ਰੱਖਣਾ J&K ਨੇ ਬੰਗਾਸ ਅਵਾਮ ਮੇਲਾ ਮਨਾਇਆ। ਕਾਹਦੇ ਲਈ ਮਨਾਇਆ? ਕਿਉਂਕਿ ਪਹਿਲੀ ਐਨੀਵਰਸਰੀ ਸੀ 370 ਆਰਟੀਕਲ ਦੇ ਰਿਮੂਵ ਹੋਣ ਦੀ। ਇੰਪੋਰਟੈਂਟ ਡੇਜ਼ ਤੋਂ ਆਪਾਂ 6 ਅਗਸਤ 7 ਅਗਸਤ ਅਤੇ 9 ਅਗਸਤ ਤਿੰਨੇ ਕੀਤੇ ਨੇਗੇ। ਇਹਨਾਂ ਦੀ ਹਿਸਟਰੀ ਵੀ ਕੀਤੀ ਹੈ ਕੀ ਸੀਗਾ। ਠੀਕ ਹੈ, ਅਤੇ ਪ੍ਰੀਵੀਅਸ ਜਿਹੜੇ ਪਹਿਲਾਂ ਕਰ ਚੁੱਕੇ ਹਾਂ ਡੇਜ਼ ਆਪਾਂ ਅਗਸਤ ਤੋਂ ਉਹ ਵੀ ਰਿਵਾਈਜ਼ ਕੀਤੇ ਆ। 6 ਅਗਸਤ ਨੂੰ ਹੀਰੋਸ਼ੀਮਾ ਡੇ, 9 ਅਗਸਤ ਨੂੰ ਨਾਗਾਸਾਕੀ ਡੇ, 7 ਅਗਸਤ ਨੂੰ ਨੈਸ਼ਨਲ ਹੈਂਡਲੂਮ ਡੇ। ਹਾਂਜੀ,
ਉਸ ਤੋਂ ਬਾਅਦ ਆਪਾਂ ਕੀਤਾ ਸਟੇਟ ਨਿਊਜ਼। ਯੂਪੀ ਨੇ ਸੈਟਅਪ ਕੀਤਾ ਆਪਣਾ ਇੰਡਸਟਰੀਅਲ ਪਾਰਕ MSME ਲਈ, ਠੀਕ ਹੈ। ਕਿੱਥੇ ਕਿੱਥੇ 6 ਇੰਡਸਟਰੀਲਾਈਜ਼ਡ ਡਿਸਟ੍ਰਿਕਟਸ ਦੇ ਵਿੱਚ। ਸਕੁਐਸ਼ ਚੈਂਪੀਅਨਸ਼ਿਪ, ਇਹਦੇ ਵਿੱਚ ਆਪਾਂ ਕੀ ਕੀਤਾ ਸੀ ਕਿ ਇੰਡੀਆ ਨੇ ਵਿਦਡਰਾ ਕਰ ਲਿਆ ਇਹਦੇ ਵਿੱਚੋਂ, ਹੈ ਨਾ। ਹਲੇ ਕਿੱਥੇ ਹੈਲਡ ਹੋਊਗੀ ਇਹ ਵੀ ਯਾਦ ਰੱਖ ਲਿਓ, ਮਲੇਸ਼ੀਆ ਦੇ ਵਿੱਚ। ਆਬਚਰੀ ਤੋਂ ਆਪਾਂ ਜੌਨ ਹਿਊਮ ਤੋਂ ਕੀਤਾ ਸੀ। ਨੋਬਲ ਪੀਸ ਪ੍ਰਾਈਜ਼ ਬਾਰੇ ਕੀਤਾ ਆਪਾਂ, ਇਹਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ। ਦੇਖੋ ਨੋਬਲ ਪੀਸ ਪ੍ਰਾਈਜ਼ ਹੋ ਗਿਆ ਜਾਂ ਕੋਈ ਵੀ ਜਿਹੜੀ ਮੈਂ ਅਦਰ ਇਨਫੋਰਮੇਸ਼ਨ ਦੱਸਦੀ ਹੁੰਦੀ ਆ, ਉਹ ਇੱਕ ਵਾਰੀ ਯਾਦ ਕਰਨ 'ਚ ਤੁਹਾਡਾ ਐਫਰਟ ਲੱਗੂਗਾ, ਬਟ ਜਦੋਂ ਰਿਪੀਟ ਹੋਊਗੀ ਨਾ ਉਦੋਂ ਤੁਹਾਨੂੰ ਐਂ ਲੱਗੂਗਾ ਕਿ ਹਾਂ ਸਾਨੂੰ ਸਾਰੀ ਆਉਂਦੀ ਹੈ। ਹਾਂਜੀ, ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਆਈ ਹੋਪ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ। ਇੱਕ ਵਾਰ ਕਮੈਂਟ ਸੈਕਸ਼ਨ 'ਚ ਦੱਸ ਕੇ ਜ਼ਰੂਰ ਜਾਈਓ, ਠੀਕ ਹੈ, ਵੀਡੀਓ ਕਿਵੇਂ ਲੱਗੀ। ਵੀਡੀਓ ਨੂੰ ਲਾਈਕ ਕਰ ਦਿਓ, ਆਪਣੇ WhatsApp ਟੈਲੀਗ੍ਰਾਮ ਜੋ ਵੀ ਤੁਹਾਡੇ ਗਰੁੱਪਸ ਨੇ, ਠੀਕ ਹੈ, ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ, ਠੀਕ ਹੈ ਜੀ। ਹਾਂਜੀ, ਅਨਅਕੈਡਮੀ ਲਾਈਵ ਕਲਾਸਿਸ ਤੁਹਾਨੂੰ ਪਤਾ ਫਨਕਾਰ ਸਰ ਦੀਆਂ ਆ ਰਹੀਆਂ ਨੇ, ਠੀਕ ਹੈ, ਅਤੇ ਉਹਦੇ ਜਿਹੜੇ ਸਾਰੇ ਲਿੰਕਸ ਨੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ। ਜੇ ਕੋਈ ਤੁਹਾਨੂੰ ਡਾਊਟ ਹੋਵੇ, ਕੋਈ ਹੋਰ ਇਨਫੋਰਮੇਸ਼ਨ ਤੁਸੀਂ ਲੈਣੀ ਹੋਵੇ, ਆ ਸਰ ਦਾ ਨੰਬਰ ਸਕਰੀਨ ਦੇ ਉੱਤੇ ਆ ਰਿਹਾ, ਇਸ ਨੰਬਰ ਦੇ ਉੱਤੋਂ ਤੁਸੀਂ ਕੀ ਹੈ ਆਪਣਾ ਜੋ ਵੀ ਡਾਊਟ ਵਗੈਰਾ ਕੋਈ ਅਦਰ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਉਹ ਤੁਸੀਂ ਲੈ ਸਕਦੇ ਹੋ, ਠੀਕ ਹੈ। ਬਾਕੀ ਇੱਕ ਡਿਸਕ੍ਰਿਪਸ਼ਨ ਬਾਕਸ ਜ਼ਰੂਰ ਚੈੱਕ ਕਰਕੇ ਜਾਈਓ, ਠੀਕ ਹੈ। ਚਲੋ ਠੀਕ ਹੈ ਜੀ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।